ਗੱਲਬਾਤ ਕਰ ਲੈਣੇ। ਕਿਵੇਂ ਦੇਖਦੇ ਹੋ ਜੀ ਜੋ ਵਤੀਰਾ ਕੀਤਾ ਜਾ ਰਿਹਾ? ਵਤੀਰਾ ਬਹੁਤ ਮਾੜਾ, ਇੱਥੇ ਕਾਨੂੰਨ ਦੀ ਰਾਜ ਕੋਈ ਨਹੀਂ, ਬੰਦਾ ਕੋਈ ਲੋਕਤੰਤਰ ਦੀ ਇਹ ਹੱਤਿਆ ਕੀਤੀ ਜਾ ਰਹੀ ਆ ਬੋਲਣ ਤੇ। ਸੇਖੋ ਸਾਹਿਬ, ਜਿਹੜਾ ਤੁਹਾਡਾ ਵਿਧਾਨ ਸਭਾ ਦੇ ਵਿੱਚ ਤੁਸੀਂ ਪਹੁੰਚਦੇ ਹੋ ਤੇ ਵਿਧਾਨ ਸਭਾ ਉੱਥੇ ਪਹਿਲਾਂ ਅਰੈਸਟ ਹੁੰਦੇ ਹੋ, ਤੇ ਕਾਰਨ ਕੀ ਸੀ? ਕੋਈ ਮੀਡੀਆ ਦੇ ਵਿੱਚ ਆਉਣ ਦੇ ਲਈ ਸਟੰਟ ਸੀ ਜਾਂ ਫਿਰ ਵਾਕਈ ਕਿਸੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਉੱਥੇ ਗਏ ਸੀ? ਇਹ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੁਣ ਨਜ਼ਰ ਆਇਆ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਹਰ ਪਿੰਡਾਂ ਦੇ ਵਿੱਚ ਗੁਰੂ ਮਹਾਰਾਜ ਦੇ ਜਿਹੜੇ ਅੰਗ ਨੇ ਉਹ ਖਿਲਾਰੇ ਗਏ ਨੇ, ਤਾਂ ਰੋਡਾਂ ਦੇ ਉੱਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਇਆ। ਜਿਹੜੇ ਕਹਿੰਦੇ ਸੀਗੇ ਕਿ ਬਿਕਰਮਜੀਤ ਸਿੰਘ ਚਿੱਟੇ ਦਾ ਤਸਕਰ ਆ, ਸਾਡੇ ਨੌਜਵਾਨਾਂ ਦੇ ਗਲਾਂ ਦੇ ਵਿੱਚ ਜਿਨ੍ਹਾਂ ਨੇ ਤਖਤੀਆਂ ਪਵਾ ਦਿੱਤੀਆਂ ਸੀ, ਫਿਰ ਕੇਜਰੀਵਾਲ ਸਾਹਿਬ ਉਹ ਗੋਡੇ ਟੇਕ ਗਏ ਮਜੀਠੀਆ ਸਾਹਿਬ ਦੇ ਅੱਗੇ ਤੇ ਮਾਫੀ ਮੰਗ ਗਏ। ਕੀ ਇਹਨਾਂ ਦੇ ਵਿੱਚ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਕਿ ਇਹ ਪੰਜਾਬ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦੇ ਵਿਰੁੱਧ ਕਾਰਵਾਈ ਕਰਾ ਸਕਦੇ? ਪੰਜਾਬ ਦਾ ਬੱਚਾ ਜਾਣਦਾ ਕਿ ਉਹ ਨਸ਼ਾ ਵੇਚਦਾ। ਅਸੀਂ ਬਿਲਕੁਲ ਸਿੱਧੇ ਤੌਰ ਤੇ ਕਹਿ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਜਿਹੜੇ ਪੰਜਾਬ ਦੇ ਵਿੱਚ ਨੇ, ਚਾਹੇ ਉਹ ਭਗਵੰਤ ਮਾਨ ਨੇ, ਸਾਰੇ ਚਿੱਟੇ ਦੇ ਤਸਕਰ ਨੇ, ਚਿੱਟਾ ਵੇਚਦੇ ਨੇ। ਇਹਨਾਂ ਦੀਆਂ ਤਾਰਾਂ ਨੇ ਜਿਹੜੀਆਂ ਉਹ ਡੀਲਰਾਂ ਨਾਲ ਬਿਲਕੁਲ ਸਿੱਧੇ ਤੌਰ ਤੇ ਜੁੜੀਆਂ ਹੋਈਆਂ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਮੈਂ ਤਾਂ ਸਿੱਧੇ ਤੌਰ ਤੇ ਕਹਿਣਾ ਕਿ ਹੁਣ ਜਿਹੜੀ ਆਮ ਆਦਮੀ ਪਾਰਟੀ ਦੇ ਐਮਐਲਏਜ਼ ਨੇ, ਇਹਨਾਂ ਨੂੰ ਵੀ ਹਿੱਸਾ ਪ੍ਰਤੀ ਚਿੱਟੇ ਦੇ ਵਿੱਚੋਂ ਜਾਣ ਲੱਗ ਗਈ। ਓਕੇ, ਸਤਿ ਸ਼੍ਰੀ ਅਕਾਲ। ਦਾ ਸਟੇਟ ਨਿਊਜ਼ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ। ਅੱਜ ਉਹਨਾਂ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਜਿਨ੍ਹਾਂ ਮਸਲਿਆਂ ਨੂੰ ਲੈ ਕੇ ਬੀਤੇ ਦਿਨੀ ਪੰਜਾਬ ਦੇ ਵਿੱਚ ਵਿਧਾਨ ਸਭਾ ਸੈਸ਼ਨ ਕੀਤਾ ਗਿਆ, ਜਾਂ ਫਿਰ ਕਹਿ ਦੋ ਕਿ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਤਰ੍ਹਾਂ ਦਾ ਮਜ਼ਾਕ ਕੀਤਾ ਗਿਆ। ਇਹ ਗੱਲਾਂ ਟਰੋਲ ਦੇ ਰੂਪ ਦੇ ਵਿੱਚ ਮੀਡੀਆ ਦੇ ਸਾਹਮਣੇ ਆ ਰਹੀਆਂ ਨੇ, ਕਿਉਂਕਿ ਲੋਕਾਂ ਦੇ ਵੱਲੋਂ ਜਾਂ ਫਿਰ ਸਿਆਸੀ ਪੰਡਤਾਂ ਦੀ ਗੱਲ ਮੰਨੀਏ ਤਾਂ ਉਹਨਾਂ ਦੇ ਵੱਲੋਂ ਇਸ ਨੂੰ ਆਮ ਲੋਕਾਂ ਦੇ ਲੱਖਾਂ ਕਰੋੜਾਂ ਰੁਪਏ ਨੂੰ ਬਰਬਾਦ ਕਰਨ ਦੀ ਗੱਲ ਕਹੀ ਜਾ ਰਹੀ ਹੈ। ਕਿਉਂਕਿ ਪਹਿਲਾਂ ਵੀ ਵਿਧਾਨ ਸਭਾ ਸੈਸ਼ਨ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਕਟੌਤੀ ਕੀਤੀ ਜਾਂਦੀ ਹੈ, ਪਰ ਇਸ ਵਾਰ ਤਾਂ ਵਿਧਾਨ ਸਭਾ ਸੈਸ਼ਨ ਇੱਕ ਇਸ ਤਰ੍ਹਾਂ ਇਤਿਹਾਸ ਬਣ ਕੇ ਨਿਕਲਿਆ ਕਿ ਬਿਨਾਂ ਵਿਰੋਧੀ ਧਿਰ ਤੋਂ ਹੀ ਕਈ ਮਤੇ ਜਿਹੜੇ ਨੇ ਉੱਥੇ ਪਾਸ ਕਰ ਦਿੱਤੇ ਗਏ, ਕਈ ਬਿੱਲ ਪਾਸ ਹੋ ਗਏ, ਪਰ ਵਿਰੋਧੀ ਧਿਰ ਵਿਧਾਨ ਸਭਾ ਦੇ ਬਾਹਰ ਬੈਠੀ ਰਹੀ ਤੇ ਤੀਜੀ ਧਿਰ ਵਿਧਾਨ ਸਭਾ ਦੇ ਨੇੜੇ ਤੇੜੇ ਵੀ ਨਜ਼ਰ ਨਹੀਂ ਆਈ। ਇਸ ਸਾਰੇ ਮਸਲੇ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੁਝ ਆਗੂ, ਜਿਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰੋਟੈਸਟ ਕਰਦਿਆਂ ਅਰੈਸਟ ਕੀਤਾ ਗਿਆ ਸੀ। ਅਰੈਸਟ ਦਾ ਕਾਰਨ ਸੀ ਕਿ ਇਹਨਾਂ ਦੇ ਵੱਲੋਂ ਪੰਜਾਬ ਦੇ ਕਈ ਮਸਲਿਆਂ ਨੂੰ ਲੈ ਕੇ ਤਖਤੀਆਂ ਪਾ ਕੇ ਉੱਥੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸਾਂਭਣ ਦੇ ਲਈ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ। ਇਸ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਵਰਿੰਦਰ ਸਿੰਘ ਸੇਖੋਂ ਹੋਣੀ, ਤੇ ਪੁੱਛਾਂਗੇ ਕਿ ਆਖਰਕਾਰ ਕਿੰਨਾ ਮੁੱਦਿਆਂ ਨੂੰ ਲੈ ਕੇ ਉਹ ਵਿਧਾਨ ਸਭਾ ਦੇ ਬਾਹਰ ਪਹੁੰਚੇ ਤੇ ਵਿਧਾਨ ਸਭਾ ਦੇ ਬਾਹਰ ਪਹੁੰਚ ਕੇ ਕਿਹਨਾਂ ਮੁੱਦਿਆਂ ਨੂੰ ਲੈ ਕੇ ਕਿਸੇ ਨਾਲ ਗੱਲਬਾਤ ਹੋਈ ਹੈ, ਜਾਂ ਫਿਰ ਕਿਹੜੇ ਮੁੱਦਿਆਂ ਦੇ ਉੱਤੇ ਅੱਗੇ ਉਹ ਜਿਹੜੀ ਗੱਲਬਾਤ ਇਸ ਦੌਰਾਨ ਕਰ ਸਕਦੇ ਨੇ। ਵਰਿੰਦਰ ਸਿੰਘ ਸੇਖੋਂ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਤੁਹਾਡੇ ਚੈਨਲ ਦਾ, ਤੁਹਾਨੂੰ ਜੀ ਆਇਆਂ ਆਖਦੇ ਹਾਂ। ਸੇਖੋਂ ਸਾਹਿਬ, ਜਿਹੜਾ ਤੁਹਾਡਾ ਵਿਧਾਨ ਸਭਾ ਦੇ ਵਿੱਚ ਤੁਸੀਂ ਪਹੁੰਚਦੇ ਹੋ ਤੇ ਵਿਧਾਨ ਸਭਾ ਉੱਥੇ ਪਹਿਲਾਂ ਅਰੈਸਟ ਹੁੰਦੇ ਹੋ, ਤੇ ਕਾਰਨ ਕੀ ਸੀ? ਕੋਈ ਮੀਡੀਆ ਦੇ ਵਿੱਚ ਆਉਣ ਦੇ ਲਈ ਸਟੰਟ ਸੀ ਜਾਂ ਫਿਰ ਵਾਕਈ ਕਿਸੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਉੱਥੇ ਗਏ ਸੀ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪਾਰਟੀ ਆ, ਪੰਜਾਬ ਦੀ ਮਾਂ ਪਾਰਟੀ ਕਹਿ ਲਓ, ਅਸੀਂ ਅੱਜ ਤੱਕ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ। ਕੈਪਟਨ ਸਾਹਿਬ ਨੂੰ 3.5 ਸਾਲ ਹੋ ਗਏ, ਸਹੁੰ ਖਾਧੀ ਉਹਨੇ ਗੁਟਕਾ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫੜਨ ਦੀ ਗੱਲ ਕੀਤੀ ਸੀ, ਨਸ਼ੇ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ, ਪੰਜਾਬ ਦੇ ਵਿੱਚ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀਗੀਆਂ, ਇਹ 3.5 ਸਾਲ ਲੰਘਣ ਤੋਂ ਬਾਅਦ ਵੀ ਅੱਜ ਤੱਕ ਇੱਕ ਵੀ ਜਿਹੜਾ ਵਾਅਦਾ ਉਹ ਪੂਰਾ ਨਹੀਂ ਹੋਇਆ। ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਪੰਜਾਬ ਜਿਹੜੀ ਵਿਧਾਨ ਸਭਾ ਉਹਦੇ ਸਾਹਮਣੇ ਅਸੀਂ ਪ੍ਰੋਟੈਸਟ ਕੀਤਾ, ਜਿਹਦੇ ਵਿੱਚ ਅਸੀਂ ਪੰਜਾਬ ਦਾ ਜਿਹੜਾ ਪਾਣੀ ਲੁੱਟਿਆ ਜਾ ਰਿਹਾ ਸੈਂਟਰ ਗੌਰਮੈਂਟ ਵੱਲੋਂ, ਲੁੱਟ ਕੇ ਦੂਜੀਆਂ ਸਟੇਟਾਂ ਨੂੰ ਦਿੱਤਾ ਜਾ ਰਿਹਾ ਫ੍ਰੀ ਦੇ ਵਿੱਚ, ਉਸ ਦੀ ਗੱਲ ਸੀ। ਜਿਹੜੇ ਕਿਸਾਨਾਂ ਦੇ ਵਿਰੋਧੀ ਜਿਹੜੇ ਬਿੱਲ ਪਾਸ ਕੀਤੇ ਜਾ ਰਹੇ ਨੇ ਸੈਂਟਰ ਗੌਰਮੈਂਟ ਵੱਲੋਂ, ਮੋਦੀ ਸਾਹਿਬ ਵੱਲੋਂ, ਉਸ ਦੀ ਗੱਲ ਲੈ ਕੇ ਗਏ ਆ। ਪੰਜਾਬ ਦੇ ਜਿਹੜੀ ਨੌਜਵਾਨੀ ਆ, ਜਿਹੜਾ ਪੰਜਾਬ ਦੀਆਂ ਕੁੱਖਾਂ ਨੇ ਜਿਹੜੀਆਂ ਉਹ ਨਸ਼ੇ ਦੇ ਨਾਲ ਬੰਜਰ ਹੋ ਰਹੀਆਂ ਨੇ, ਪੰਜਾਬ ਦੇ ਪੁੱਤ ਮਰ ਰਹੇ ਨੇ, ਪੰਜਾਬ ਦੇ ਵਿੱਚ ਜਿਹੜਾ 6ਵਾਂ ਦਰਿਆ ਨਸ਼ੇ ਦਾ ਚਿੱਟੇ ਦਾ ਉਹ ਵਗ ਰਿਹਾ, ਅਸੀਂ ਕੈਪਟਨ ਸਰਕਾਰ ਨੂੰ ਉਸ ਚੀਜ਼ ਬਾਰੇ ਦੱਸਣ ਗਏ ਆ। ਤੇ ਉਸ ਤੋਂ ਬਾਅਦ ਜਿਹੜਾ ਬੇਰੁਜ਼ਗਾਰੀ ਭੱਤਾ ਸੀਗਾ ਉਹ ਕਿੱਥੇ ਗਿਆ? ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਬੇਅਦਬੀ ਕਰਨ ਵਾਲੇ ਦੋਸ਼ੀ ਨੇ, ਜਿਨ੍ਹਾਂ ਦਾ ਸਿੱਧੇ ਪ੍ਰਕਾਸ਼ ਸਿੰਘ ਬਾਦਲ ਨਾਲ ਤਾਰਾਂ ਜੁੜੀਆਂ ਹੋਈਆਂ ਨੇ, ਉਹ ਦੋਸ਼ੀ ਕਿੱਥੇ ਨੇ? ਉਹਨਾਂ ਨੇ ਤਾਂ ਗੁਟਕਾ ਸਾਹਿਬ 'ਚ ਹੱਥ 'ਚ ਫੜ ਕੇ ਚੰਦ ਹਫ਼ਤਿਆਂ ਵਿੱਚ ਇਹ ਸਭ ਕੁਛ ਕਰਨ ਦੀ ਸਹੁੰ ਖਾਧੀ ਸੀ, ਤੇ ਅੱਜ ਤਾਂ 3.5 ਸਾਲ ਲੰਘ ਚੁੱਕੇ ਨੇ। ਇਹ ਚੀਜ਼ਾਂ ਨੂੰ ਲੈ ਕੇ ਅਸੀਂ ਸੁੱਤੀ ਗੌਰਮੈਂਟ, ਸੁੱਤਾ ਵਿਰੋਧੀ ਧਿਰ ਤੇ ਸੁੱਤਾ ਉੱਥੇ ਅਕਾਲੀ ਦਲ ਬਾਦਲ, ਇਹਨਾਂ ਸਾਰਿਆਂ ਨੂੰ ਜਗਾਉਣ ਲਈ ਅਸੀਂ ਉੱਥੇ ਲੈ ਕੇ ਪਹੁੰਚੇ ਸੀਗੇ। ਤੇ ਸਾਡਾ ਇਹੀ ਮੇਨ ਮਕਸਦ ਸੀਗਾ, ਅਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਆ, ਨੌਜਵਾਨੀ ਦੀ ਗੱਲ ਕਰਨੀ ਆ। ਇਹ ਚੀਜ਼ਾਂ ਨੂੰ ਲੈ ਕੇ ਵਿਧਾਨ ਸਭਾ ਦੇ ਸਾਹਮਣੇ ਅਸੀਂ ਪ੍ਰੋਟੈਸਟ ਕੀਤਾ।
ਜੇਕਰ ਉਥੋਂ ਦੇ ਸਿਆਸੀ ਧਿਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੀਆਂ ਵੀ ਪਾਰਟੀਆਂ ਹੁਣ ਇੱਥੇ ਪ੍ਰੋਟੈਸਟ ਕਰ ਰਹੀਆਂ ਨੇ ਉਹ 2022 ਦੇ ਜਿਹੜੇ ਇਲੈਕਸ਼ਨ ਨੇ ਉਹਨਾਂ ਦੇ ਏਜੰਡੇ ਦੇ ਉੱਤੇ ਜਿਹੜੀਆਂ ਐਕਟਿਵ ਹੋਈਆਂ ਨੇ, ਕਿਉਂਕਿ ਪਹਿਲਾਂ ਨਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਧਾਨ ਸਭਾ ਦੇ ਬਾਹਰ ਨਜ਼ਰ ਆਇਆ ਜਾਂ ਕਈ ਹੋਰ ਪਾਰਟੀਆਂ ਜਿਨ੍ਹਾਂ ਦੇ ਵੱਲੋਂ ਹੁਣ ਪ੍ਰੋਟੈਸਟ ਕੀਤੇ ਜਾਂਦੇ ਨੇ ਉਹ ਵੀ ਉੱਥੇ ਨਜ਼ਰ ਨਹੀਂ ਆਈਆਂ। ਹੁਣ ਕੀ ਤੁਹਾਡੇ ਵੱਲੋਂ ਵੀ ਜਿਹੜੀਆਂ 2022 ਦੀਆਂ ਇਲੈਕਸ਼ਨਾਂ ਦਾ ਏਜੰਡਾ ਰੱਖਿਆ ਜਾ ਰਿਹਾ? ਇਹ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੁਣ ਨਜ਼ਰ ਆਇਆ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਹਰ ਪਿੰਡਾਂ ਦੇ ਵਿੱਚ ਗੁਰੂ ਮਹਾਰਾਜ ਦੇ ਜਿਹੜੇ ਅੰਗ ਨੇ ਉਹ ਖਿਲਾਰੇ ਗਏ ਨੇ, ਤਾਂ ਰੋਡਾਂ ਦੇ ਉੱਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਇਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪ੍ਰੋਟੈਸਟ ਕੀਤੇ, ਜਿਹਦੇ ਵਿੱਚੋਂ ਬਰਗਾੜੀ ਦਾ ਮੋਰਚਾ ਵੀ ਲੱਗਿਆ। ਉਸ ਤੋਂ ਬਾਅਦ ਉੱਥੇ ਕੈਬਨਿਟ ਮੰਤਰੀ ਨੇ ਜਿਹੜੇ ਸਾਡੇ, ਉਹਨਾਂ ਨੂੰ ਵੀ ਜਾਣ ਲਈ ਮਜਬੂਰ ਕੀਤਾ ਗਿਆ, ਗੱਲ ਸੁਣਨ ਲਈ ਮਜਬੂਰ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਉਹ ਸਮੇਂ-ਸਮੇਂ 'ਤੇ ਜਿਹੜਾ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਆ ਰਿਹਾ, ਅਤੇ ਅਸੀਂ ਲੋਕਾਂ ਦੀ ਗੱਲ ਕਰਨੀ ਆ। 2022 ਦੇ ਵਿੱਚ ਲੋਕਾਂ ਨੂੰ ਪਤਾ ਕਿ ਅਸੀਂ ਅਕਾਲੀ ਦਲ ਬਾਦਲ ਦੇਖ ਲਿਆ, ਅਸੀਂ ਕੈਪਟਨ ਸਾਹਿਬ ਦੇਖ ਲਏ ਜਿਨ੍ਹਾਂ ਨੇ ਸਹੁੰ ਖਾਧੀ ਸੀ। ਉਸ ਤੋਂ ਬਾਅਦ ਇਹਨਾਂ ਨੇ ਵਿਰੋਧੀ ਧਿਰ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੇ ਜਿਹੜੀ ਆ ਆਮ ਆਦਮੀ ਪਾਰਟੀ ਆ ਉਹਨੂੰ ਭੇਜ ਕੇ ਦੇਖ ਲਿਆ। ਜਿਹੜੇ ਕਹਿੰਦੇ ਸੀਗੇ ਕਿ ਬਿਕਰਮਜੀਤ ਸਿੰਘ ਚਿੱਟੇ ਦਾ ਤਸਕਰ ਆ, ਸਾਡੇ ਨੌਜਵਾਨਾਂ ਦੇ ਗਲਾਂ ਦੇ ਵਿੱਚ ਜਿਨ੍ਹਾਂ ਨੇ ਤਖਤੀਆਂ ਪਵਾ ਦਿੱਤੀਆਂ ਸੀ, ਫਿਰ ਕੇਜਰੀਵਾਲ ਸਾਹਿਬ ਉਹ ਗੋਡੇ ਟੇਕ ਗਏ ਮਜੀਠੀਆ ਸਾਹਿਬ ਦੇ ਅੱਗੇ ਤੇ ਮਾਫੀ ਮੰਗ ਗਏ। ਇਹ ਲੋਕਾਂ ਦੇ ਸਾਹਮਣੇ ਜਿਹੜੀ ਪਿਕਚਰ ਆ ਉਹ ਬਿਲਕੁਲ ਕਲੀਅਰ ਹੋ ਚੁੱਕੀ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਅਸੀਂ ਚਾਹੁੰਦੇ ਹਾਂ ਕਿ 2022 ਦੇ ਵਿੱਚ ਲੋਕ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਸਾਡਾ ਸਾਥ ਦੇਣ, ਤੇ ਅਸੀਂ ਉਹਨਾਂ ਨੂੰ ਉਹ ਚੀਜ਼ਾਂ ਕਰਕੇ ਦੇਵਾਂਗੇ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਅੱਜ ਤੱਕ ਕਿਸੇ ਪਾਰਟੀ ਨੇ ਨਹੀਂ ਕੀਤੀਆਂ। ਜੇ ਅਸੀਂ ਉਹ ਚੀਜ਼ਾਂ ਨਹੀਂ ਕਰਦੇ ਤਾਂ ਅਸੀਂ ਸਿਆਸਤ ਛੱਡ ਦਾਂਗੇ ਪੰਜਾਬ ਵਿੱਚ। ਸੇਖੋ ਸਾਹਿਬ, ਜਿਹੜਾ ਤੁਸੀਂ ਬਿਆਨ ਹੁਣ ਜਿਹੜਾ ਤੁਸੀਂ ਗੱਲ ਕਹੀ ਹੈ ਕਿ ਕੇਜਰੀਵਾਲ ਵੱਲੋਂ ਪਹਿਲਾਂ ਤਾਂ ਮਜੀਠੀ ਨੂੰ ਚਿੱਟੇ ਤਸਕਰ ਦੱਸਿਆ ਗਿਆ, ਉਸ ਤੋਂ ਬਾਅਦ ਮਾਫੀ ਮੰਗੀ ਗਈ। ਬੀਤੇ ਦਿਨ ਹੀ ਪ੍ਰੋਫੈਸਰ ਬਲਜਿੰਦਰ ਕੌਰ ਹੋਣਾ ਦਾ ਇੱਕ ਇੰਟਰਵਿਊ ਹੋਇਆ ਤੇ ਉਹ ਕਹਿੰਦੇ ਜੇ ਸਾਡੀ ਸਰਕਾਰ ਹੁੰਦੀ ਤਾਂ ਅਸੀਂ ਜ਼ਰੂਰ ਜਿਹੜਾ ਮਜੀਠੀਆ ਦੇ ਖਿਲਾਫ ਕਾਰਵਾਈ ਕਰਦੇ, ਸਾਡੀ ਸਰਕਾਰ ਨਹੀਂ ਆਈ ਤਾਂ ਸਾਨੂੰ ਮਾਫੀ ਮੰਗਣੀ ਪਈ ਹੈ। ਮੈਂ ਵੀ ਬਿਆਨ ਸੁਣਿਆ, ਸਾਰਾ ਇੰਟਰਵਿਊ ਸੁਣਿਆ ਮੈਂ ਪ੍ਰੋਫੈਸਰ ਬਲਜਿੰਦਰ ਕੌਰ ਦਾ। ਮੈਨੂੰ ਸਮਝ ਨਹੀਂ ਆ ਰਹੀ ਮਤਲਬ ਉਹ ਚਾਹੁੰਦੇ ਕੀ ਨੇ। MLAs ਜਿਹੜਾ ਬਣ ਜਾਂਦਾ ਉਹ ਚਾਹੇ ਕਾਂਗਰਸ ਪਾਰਟੀ ਦਾ, ਚਾਹੇ ਉਹ ਅਕਾਲੀ ਦਲ ਬਾਦਲ ਦਾ, ਚਾਹੇ BJP ਦਾ, ਇੱਕ MLAs ਦੇ ਫਰਜ਼ ਕੀ ਨੇ? ਇੱਕ MLA ਦਾ ਫਰਜ਼ ਆ ਕਿ ਉਹ ਆਪਣੇ ਹਲਕੇ ਨੂੰ ਪ੍ਰੋਪਰ ਤੌਰ ਤੇ ਦੇਖੇ, ਆਪਣੇ ਹਲਕੇ ਵਿੱਚ ਵਿਕ ਰਹੇ ਨਸ਼ੇ ਨੂੰ ਦੇਖੇ ਤੇ ਭ੍ਰਿਸ਼ਟਾਚਾਰ ਨੂੰ ਦੇਖੇ। ਇਹ ਕਹਿ ਕੇ ਪੱਲਾ ਝਾੜ ਦੇਣਾ ਜਾਂ ਆਪਣਾ ਪਿੱਛਾ ਛੁਡਾ ਦੇਣਾ ਕਿ ਜੇ ਸਾਡੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਤਾਂ ਫਿਰ ਅਸੀਂ ਬਿਕਰਮਜੀਤ ਸਿੰਘ ਮਜੀਠੀਏ ਦੇ ਵਿਰੁੱਧ ਕਾਰਵਾਈ ਕਰਦੇ। ਫਿਰ ਇਹ ਕਿਤੇ ਨਾ ਕਿਤੇ ਜਿਹੜੀਆਂ ਨੇ ਕੇਜਰੀਵਾਲ ਸਾਹਿਬ ਦੀਆਂ ਜਿਹੜੀਆਂ ਗੱਲਾਂ ਨੇ ਜਾਂ ਇਹਨਾਂ ਦੀ ਮਜੀਠੀਆ ਸਾਹਿਬ ਨਾਲ ਕੋਈ ਗੰਧ ਟੁੱਪ ਹੋਈ ਆ, ਜਾਂ ਮੈਂ ਤਾਂ ਸਿੱਧੇ ਤੌਰ ਤੇ ਕਹਿਣਾ ਕਿ ਹੁਣ ਜਿਹੜੀ ਆਮ ਆਦਮੀ ਪਾਰਟੀ ਦੇ MLAs ਨੇ ਇਹਨਾਂ ਨੂੰ ਵੀ ਹਿੱਸਾ ਪੱਤੀ ਚਿੱਟੇ ਦੇ ਵਿੱਚੋਂ ਜਾਣ ਲੱਗੀ, ਤਾਂ ਹੀ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ। ਬੀਬੀ ਬਲਜਿੰਦਰ ਕੌਰ ਨੇ ਜਿਹੜੇ ਸਾਡੇ, ਉਹਨਾਂ ਨੂੰ ਇਹ ਗੱਲ ਦਾ ਬਿਲਕੁਲ ਵੀ ਉਹਨਾਂ ਨੇ ਸਪਸ਼ਟੀਕਰਨ ਨਹੀਂ ਦਿੱਤਾ। ਇਹ ਕਹਿ ਦੇਣਾ ਕਿ ਸਾਡੀ ਸਰਕਾਰ ਆਉਂਦੀ, ਹੁਣ ਵਿਰੋਧੀ ਧਿਰ ਦੇ ਵਿੱਚ ਬੈਠੇ ਨੇ, ਵਿਰੋਧੀ ਧਿਰ ਦੇ ਵਿੱਚ ਵੀ ਉਹ ਮਤਾ ਪੇਸ਼ ਕਰ ਸਕਦੇ ਨੇ। ਲੋਕਤੰਤਰ ਆ, ਉਹ ਮਤੇ ਲੈ ਕੇ ਪੰਜਾਬ ਸਰਕਾਰ ਦੇ ਅੱਗੇ ਜਾ ਸਕਦੇ ਨੇ, ਪੇਸ਼ ਕਰ ਸਕਦੇ ਨੇ। ਅੱਜ ਤੱਕ ਕਿਹੜਾ ਵਿਰੋਧੀ ਧਿਰ ਦਾ ਰੋਲ ਆ ਜਿਹੜਾ ਉਹਨਾਂ ਨੇ ਅਦਾ ਕੀਤਾ? ਇਹ ਬਿਲਕੁਲ ਚਿੱਟੇ ਦੇ ਤਸਕਰਾਂ ਨਾਲ ਜਿਹੜੀ ਆਮ ਆਦਮੀ ਪਾਰਟੀ ਆ ਮਿਲ ਚੁੱਕੀ ਆ। ਇਹ ਆਪਣੀਆਂ ਪ੍ਰਾਪਰਟੀਆਂ ਬਣਾਉਣ ਲੱਗੇ ਹੋਏ ਨੇ। ਭਗਵੰਤ ਮਾਨ ਸਾਹਿਬ ਦੀ ਦੇਖ ਲਿਓ ਅੱਜ ਤੋਂ ਬਾਅਦ ਕਿੰਨੀ ਜਾਇਦਾਦ ਬਣ ਚੁੱਕੀ ਹੈ, ਇਹਨਾਂ ਦੀਆਂ ਜਾਇਦਾਦਾਂ ਦੇਖ ਲਓ। ਇਹ ਹੁਣ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਨਾਲ ਸਾਰਿਆਂ ਨਾਲ ਘਿਓ ਖਿਚੜੀ ਹੋ ਕੇ ਪੰਜਾਬ ਦੇ ਵਿੱਚ ਚਿੱਟਾ ਵੇਚ ਰਹੇ ਨੇ। ਬੀਬੀ ਬਲਜਿੰਦਰ ਕੌਰ ਵੀ ਚਿੱਟੇ ਦੀ ਤਸਕਰ ਆ। ਭਗਵੰਤ ਮਾਨ ਸਾਹਿਬ ਹੁਣ ਦਾ ਇਸ ਮਸਲੇ 'ਤੇ ਵੀ ਕਹਿਣਾ ਕਿ ਮੈਂ ਤਾਂ ਜਿਹੜੀ ਮੇਰੀ ਆਪਣੀ ਤਨਖਾਹ ਹੁੰਦੀ ਹੈ ਮੈਂ ਤਾਂ ਉਹ ਵੀ ਆਮ ਜਨਤਾ ਨੂੰ ਜਿਹੜੀ ਵੰਡ ਦਿੰਦਾ, ਜਾਂ ਜਿਹੜੀ ਮੇਰੀ ਤੇਲ ਦੇ ਵਿੱਚ ਜਿਹੜਾ 15 ਦਿਨ 'ਚ ਜਿਹੜੀ ਤੇਰੀ ਤਨਖਾਹ ਲੱਗ ਜਾਂਦੀ ਹੈ, ਮੈਂ ਆਪਣਾ ਕਾਰੋਬਾਰ ਛੱਡ ਕੇ ਸਿਆਸਤ ਦੇ ਵਿੱਚ ਆਇਆ। ਤੇ ਤੁਸੀਂ ਉਲਟਾ ਭਗਵੰਤ ਮਾਨ ਸਾਹਿਬ ਹੁਣਾਂ ਦੇ ਇਲਜ਼ਾਮ ਜਿਹੜੇ ਲਾ ਰਹੇ ਹੋ ਚਿੱਟੇ ਦੀ ਤਸਕਰੀ ਦੇ। ਬਿਲਕੁਲ ਲਾ ਰਹੇ ਆ ਜੀ। ਜੇ ਇਹਨਾਂ ਨੂੰ ਪੰਜਾਬ ਦੇ ਨਾਲ ਦਰਦ ਹੁੰਦਾ ਜਾਂ ਪੰਜਾਬ ਦੀ, ਹੁਣ ਕੇਜਰੀਵਾਲ ਸਾਹਿਬ ਨੇ ਜਦੋਂ ਪੰਜਾਬ ਦਾ ਬਾਰਡਰ ਟੱਪ ਜਾਂਦੇ ਨੇ ਉਦੋਂ ਕਹਿ ਦਿੰਦੇ ਨੇ ਜਿਹੜਾ ਪੰਜਾਬ ਦਾ ਪਾਣੀ ਆ ਉਹ ਤੇ ਹੱਕ ਹਰਿਆਣੇ ਦਾ ਵੀ ਆ, ਦਿੱਲੀ ਦਾ ਵੀ ਆ। ਇਹ ਪੰਜਾਬ ਦੇ ਵਿੱਚ ਬੈਠੇ ਰੌਲਾ ਪਾਈ ਜਾਂਦੇ ਨੇ ਜੀ ਪੰਜਾਬ ਦਾ ਪਾਣੀ ਆ ਦੇ ਅਸੀਂ ਪੰਜਾਬ ਦੇ ਪਾਣੀ ਲਈ ਇਹ ਕਰ ਰਹੇ ਹਾਂ, ਪੰਜਾਬ ਦੀ ਨੌਜਵਾਨੀ ਲਈ ਇਹ ਕਰ ਰਹੇ ਹਾਂ। ਫਿਰ ਇਹਨਾਂ ਨੇ ਅੱਜ ਤੱਕ ਬਿਕਰਮਜੀਤ ਸਿੰਘ ਮਜੀਠੀਆ ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਵਾਈ? ਕੀ ਇਹਨਾਂ ਦੇ ਵਿੱਚ ਇੰਨੀਆਂ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਕਿ ਇਹ ਪੰਜਾਬ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦੇ ਵਿਰੁੱਧ ਕਾਰਵਾਈ ਕਰਾ ਸਕਦੇ? ਪੰਜਾਬ ਦਾ ਬੱਚਾ ਜਾਣਦਾ ਕਿ ਉਹ ਨਸ਼ਾ ਵੇਚਦਾ। ਅਸੀਂ ਬਿਲਕੁਲ ਸਿੱਧੇ ਤੌਰ ਤੇ ਕਹਿ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਸਾਰੇ MLA ਜਿਹੜੇ ਪੰਜਾਬ ਦੇ ਵਿੱਚ ਨੇ, ਚਾਹੇ ਉਹ ਭਗਵੰਤ ਮਾਨ ਨੇ, ਸਾਰੇ ਚਿੱਟੇ ਦੇ ਤਸਕਰ ਨੇ, ਚਿੱਟਾ ਵੇਚਦੇ ਨੇ। ਇਹਨਾਂ ਦੀਆਂ ਤਾਰਾਂ ਨੇ ਜਿਹੜੀਆਂ ਉਹ ਡੀਲਰਾਂ ਨਾਲ ਬਿਲਕੁਲ ਸਿੱਧੇ ਤੌਰ ਤੇ ਜੁੜੀਆਂ ਹੋਈਆਂ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੇ ਇਹ ਨਾ ਹੁੰਦੇ ਚਿੱਟੇ ਦੇ ਤਸਕਰ ਤਾਂ ਇਹ ਪੰਜਾਬ ਦੇ ਰੋਡਾਂ ਦੇ ਉੱਤੇ ਆਉਂਦੇ, ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਇਹ ਕਿਸੇ ਵੀ ਹੱਦ ਤੱਕ ਜਾਂਦੇ। ਪਰ ਇਹਨਾਂ ਨੇ ਇੱਕ ਵੀ ਕੰਮ ਇਹੋ ਜਿਹਾ ਨਹੀਂ ਕੀਤਾ ਜਿਹਦੇ ਨਾਲ ਪੰਜਾਬ ਦੀ ਨੌਜਵਾਨੀ ਬਚ ਜਾਵੇ, ਕਿਉਂਕਿ ਇਹਨਾਂ ਨੂੰ ਹਿੱਸਾ ਪੱਤੀ ਬਿਲਕੁਲ ਜਾ ਰਿਹਾ। ਇਹਦੇ ਵਿੱਚ ਮੈਂ ਸਿੱਧੇ ਤੌਰ ਤੇ ਤੁਹਾਡੇ ਮੀਡੀਆ ਦੇ ਤੁਹਾਡੇ ਚੈਨਲ ਦੇ ਥਰੂ ਕਹਿਣਾ, ਸਾਰੇ ਦੇ ਸਾਰੇ ਜਿਹੜੇ MLAs ਨੇ
ਆਮ ਆਦਮੀ ਪਾਰਟੀ ਦੇ ਉਹ ਸਾਰੇ ਦੇ ਚਿੱਟੇ ਦੇ ਤਸਕਰ ਨੇ, ਉਹ ਚਿੱਟਾ ਵੇਚਦੇ ਨੇ ਤੇ ਬਕਾਉਂਦੇ ਨੇ ਆਪਣੇ ਹਲਕਿਆਂ ਦੇ ਵਿੱਚ। ਸੇਖੋ ਸਾਹਿਬ, ਤੁਸੀਂ ਗੱਲਬਾਤ ਦੇ ਦੌਰਾਨ ਜਿਹੜੀ SYL ਦਾ ਗੱਲ ਕੀਤੀ ਹੈ ਕਿ ਪਾਣੀਆਂ ਦੇ ਮਸਲੇ ਦੀ, ਜੇਕਰ ਤੁਹਾਨੂੰ ਨਹੀਂ ਲੱਗਦਾ ਕਿ SYL ਦੇ ਮਸਲੇ ਨੂੰ ਹਰ ਵਾਰ ਸਿਆਸਤ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਕਿਉਂਕਿ ਇਹ ਮਸਲਾ ਤਕਰੀਬਨ ਜੇ ਦੇਖਿਆ ਜਾਵੇ ਤਾਂ 80-85 ਦੇ ਵਿੱਚੋਂ ਵੀ ਜਿਹੜਾ ਇਹ ਮਸਲਾ ਉੱਠਿਆ ਤੇ ਕਿਤੇ ਨਾ ਕਿਤੇ ਇਹੀ ਮਸਲੇ ਦੇ ਵਿੱਚੋਂ ਜਿਹੜਾ ਧਰਮਯੁੱਧ ਮੋਰਚਾ ਨਿਕਲਿਆ ਤੇ ਪੰਜਾਬ ਨੇ ਜਿਹੜਾ ਉਹ ਦੌਰ ਅੱਤਵਾਦ ਦਾ ਦੌਰ ਦੇਖਿਆ, ਜਾਂ ਫਿਰ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੁੰਦਾ, ਦਰਬਾਰ ਸਾਹਿਬ ਦੇ ਉੱਤੇ ਅਟੈਕ ਹੁੰਦਾ, ਇਹ ਸਾਰਾ ਕੁਝ ਕਿਤੇ ਨਾ ਕਿਤੇ SYL ਤੋਂ ਤੁਰਦਾ ਹੈ। ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹਨੂੰ ਸਿਰਫ ਇੱਕ ਸਿਆਸੀ ਤੌਰ ਦੇ ਉੱਤੇ ਵਰਤਿਆ ਜਾ ਰਿਹਾ, ਨਿਕਲ ਕੱਢਣ ਪਾਉਣ ਨੂੰ ਤੇ ਇਹ ਮਸਲੇ ਦੇ ਵਿੱਚ ਹੈ ਕੁਝ ਨਹੀਂ? ਦੇਖੋ ਜੀ, SYL ਜਿਹੜੀ ਕਨਾਲ ਆ ਉਹਨੂੰ ਸਿਰਫ ਇੱਕ ਇਲੈਕਸ਼ਨਾਂ ਦੇ ਵਿੱਚ ਵੋਟਾਂ ਬਟੋਰਨ ਦੇ ਲਈ ਰੱਖਿਆ ਹੋਇਆ। ਸਾਰੇ ਪੰਜਾਬ ਦੇ ਵਿੱਚ ਇੱਕ ਗੱਲ ਪ੍ਰਚਲਿਤ ਕੀਤੀ ਜਾ ਰਹੀ ਹੈ, ਲੋਕਾਂ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ, SYL। ਮੈਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਪੁੱਛਣਾ ਚਾਹੁੰਦਾ, ਜਿਹੜਾ ਰਾਜਸਥਾਨ ਨੂੰ ਪਾਣੀ ਜਾ ਰਿਹਾ ਫ੍ਰੀ ਦੇ ਵਿੱਚ, ਉਹਦੀ ਗੱਲ ਕਿਉਂ ਨਹੀਂ ਕਰ ਰਹੇ ਪੰਜਾਬ ਦੇ ਵਿੱਚ? ਅਸੀਂ ਗੱਲ ਕਰਦੇ ਆ ਪੰਜਾਬ ਦੇ ਸਾਰੇ ਪਾਣੀਆਂ ਦੀ, ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ। ਤੁਸੀਂ ਇੱਕ ਗੱਲ ਦੇਖੋ ਕਿ ਪਾਣੀਆਂ ਦਾ ਰਾਖਾ ਕੈਪਟਨ ਵੀ ਨਹੀਂ ਹੈਗਾ, ਪਾਣੀਆਂ ਦੇ ਰਾਖੇ ਆਮ ਆਦਮੀ ਪਾਰਟੀ ਵਾਲੇ ਵੀ ਨਹੀਂ, ਕਿਉਂਕਿ ਇਹਨਾਂ ਨੇ ਦੂਜੀਆਂ ਸਟੇਟਾਂ ਦੇ ਵਿੱਚ ਇਲੈਕਸ਼ਨ ਲੜਨੀ ਹੈ। ਸਿੱਧੇ ਤੌਰ ਤੇ ਇਹ ਗੱਲ ਨਹੀਂ ਕਹਿ ਸਕਦੇ ਕਿ ਅਸੀਂ ਪੰਜਾਬ ਦਾ ਪਾਣੀ ਪੰਜਾਬ ਦੇ ਵਿੱਚ ਰੱਖਾਂਗੇ, ਬਿਲਕੁਲ ਨਹੀਂ ਕਹਿ ਸਕਦੇ, ਕਿਉਂਕਿ ਆਮ ਆਦਮੀ ਪਾਰਟੀ ਦੇ ਉੱਪਰ ਕੇਜਰੀਵਾਲ ਬੈਠਾ, ਉੱਧਰ ਸੋਨੀਆ ਗਾਂਧੀ ਬੈਠੀ, ਉੱਧਰ ਮੋਦੀ ਸਾਹਿਬ ਬੈਠੇ ਨੇ, ਇਹ ਸਾਰੇ ਬੈਠੇ ਨੇ। ਪੰਜਾਬ ਦਾ ਪਾਣੀਆਂ ਦਾ ਮੁੱਦਾ ਕਦੇ ਵੀ ਹੱਲ ਨਹੀਂ ਕਰ ਸਕਦੇ। ਹੁਣ SYL ਦਾ ਇਹਨਾਂ ਨੇ ਮੁੱਦਾ ਸਿਰਫ ਇਹ ਰੱਖਿਆ ਵੀ ਜਦੋਂ ਇਲੈਕਸ਼ਨ ਆਉਂਦੇ ਨੇ ਉਹਨੂੰ ਥੋੜ੍ਹਾ ਜਿਹਾ ਉਛਾਲ ਦਿਓ। ਹੁਣ 22 ਦੀਆਂ ਇਲੈਕਸ਼ਨ ਆ ਰਹੀਆਂ ਨੇ, ਉਹਨੂੰ ਉਛਾਲ ਦਿੱਤਾ ਤੇ ਇਲੈਕਸ਼ਨਾਂ ਦੇ ਵਿੱਚ ਆਪਣੀਆਂ ਵੋਟਾਂ ਲੈ ਲੈਣੀਆਂ ਨੇ। ਪਰ ਅਸੀਂ ਚਾਹੁੰਦੇ ਹਾਂ, ਅਸੀਂ ਕੀ ਚਾਹੁੰਦੇ ਹਾਂ? ਅਸੀਂ ਇਹ ਚਾਹੁੰਦੇ ਹਾਂ ਕਿ ਜਿਨ੍ਹਾਂ ਨੂੰ ਪੰਜਾਬ ਦੇ ਪਾਣੀਆਂ ਦਾ ਇੰਨਾ ਦਰਦ ਆ, ਇਹ ਸਾਰੇ ਦੇ ਸਾਰੇ 117 MLAs ਵਿਧਾਨ ਸਭਾ ਦੇ ਵਿੱਚ ਬੈਠਣ, ਪੂਰਨ ਤੌਰ ਤੇ ਉੱਥੇ ਮਤਾ ਪਾ ਕੇ ਬਿਲਕੁਲ ਬਾਈਕਾਟ ਕਰ ਦੇਣ ਵੀ ਅਸੀਂ ਇੱਕ ਵੀ ਬੂੰਦ ਜਿਹੜੀ ਪਾਣੀ ਦੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣੀ। ਜੇ ਅਸੀਂ ਦਵਾਂਗੇ ਪੰਜਾਬ ਤੋਂ ਬਾਹਰ ਪਾਣੀ ਦੂਜੀਆਂ ਸਟੇਟਾਂ ਨੂੰ, ਤਾਂ ਅਸੀਂ ਉਹਦਾ ਪੈਸਾ ਲਵਾਂਗੇ। ਮੇਰੇ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇਹ ਗੱਲ ਕਹਿਣਾ ਚਾਹੁੰਦਾ, ਇਹ ਕਰ ਸਕਦੇ ਨੇ, ਇਹਨਾਂ ਦੀ ਲੱਤਾਂ ਭਾਰ ਚੱਲ ਸਕਦੀਆਂ ਨੇ, ਇਹਨਾਂ ਕੋਲ MLAs ਆ, ਇਹਨਾਂ ਕੋਲ ਪਾਵਰ ਆ, ਇਹ ਵਿਧਾਨ ਸਭਾ ਦੇ ਵਿੱਚ ਪ੍ਰਸਤਾਵ ਲੈ ਕੇ ਆਉਣ, ਮਤਾ ਲੈ ਕੇ ਆਉਣ, ਬਿਲਕੁਲ ਬਾਈਕਾਟ ਕਰਨ ਪਾਣੀ ਨਾ ਦੇਣ ਦਾ ਦੂਜੀਆਂ ਸਟੇਟਾਂ ਨੂੰ। ਸੇਖੋ ਸਾਹਿਬ, ਪੰਜਾਬ ਦੀਆਂ ਕਈ ਪਾਰਟੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ, ਪਰ ਕਈ ਜਿਹੜੀਆਂ ਪਾਰਟੀਆਂ ਉਹ ਪੰਜਾਬ ਪੱਧਰ ਦੇ ਉੱਤੇ ਵੀ ਚੱਲਦੀਆਂ ਨੇ, ਚਾਹੇ ਉਹਨਾਂ ਦੇ ਵਿੱਚੋਂ ਲੋਕ ਇਨਸਾਫ ਪਾਰਟੀ ਦੀ ਗੱਲ ਕਰ ਲਈਏ, ਜਾਂ ਫਿਰ ਸੁਖਪਾਲ ਸਿੰਘ ਖਹਿਰਾ ਹੋਣਾ ਦੀ ਪਾਰਟੀ ਦੀ ਗੱਲ ਕਰ ਲਈਏ, ਧਰਮਵੀਰ ਗਾਂਧੀ ਹੋਣਾ ਦੀ ਪਾਰਟੀ ਹੋ ਗਈ, ਜਾਂ ਫਿਰ ਕਈ ਅਜਿਹੀਆਂ ਪਾਰਟੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਪੰਜਾਬ ਦੇ SYL ਦੇ ਮੁੱਦੇ ਦੇ ਉੱਤੇ ਆਪਣਾ ਸਟੈਂਡ ਕਲੀਅਰ ਕਰਦੀਆਂ ਨੇ। ਅਜਿਹੀਆਂ ਪਾਰਟੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਉਹ ਕਿਉਂ ਨਹੀਂ ਜੁੜ ਕੇ ਚੱਲਦਾ? ਕਿਉਂਕਿ ਇਹ ਸਾਰੀਆਂ ਪਾਰਟੀਆਂ ਕਿਤੇ ਇਕੱਠਾ ਹੋਣ, ਇੱਕ ਮੰਚ ਦੇ ਉੱਤੇ ਇਕੱਠੀਆਂ ਹੋ ਕੇ ਅਜਿਹੀ ਕਾਰਵਾਈ ਕਰਨ ਕਿ SYL ਦੇ ਮੁੱਦੇ ਨੂੰ ਆਪਾਂ, ਜਿਸ ਤਰ੍ਹਾਂ BJP ਨੇ ਰਾਮ ਮੰਦਿਰ ਦੇ ਮੁੱਦੇ ਨੂੰ ਇੱਕ ਵਾਰ ਜਮ੍ਹਾਂ ਹੁਣ ਖਤਮ ਕਰ ਦਿੱਤਾ ਕਿ ਉਸ ਮੁੱਦੇ ਉੱਤੇ ਹੁਣ ਦੁਬਾਰਾ ਵੋਟਿੰਗ ਨਹੀਂ ਹੋਏਗੀ, ਇਸੇ ਤਰ੍ਹਾਂ SYL ਦੇ ਮੁੱਦੇ ਨੂੰ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕਿਉਂ ਨਹੀਂ ਕਿਤੇ ਵਿਚਾਰਦੀਆਂ? ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਰ ਇੱਕ ਪਾਰਟੀ ਨੂੰ ਮੋਸਟ ਵੈਲਕਮ ਆ, ਜਿਹੜੀ ਪੰਜਾਬ ਦੇ ਹਿੱਤਾਂ ਲਈ ਤੇ ਸਿੱਖ ਕੌਮ ਦੇ ਹਿੱਤਾਂ ਲਈ ਸਟੈਂਡ ਰੱਖਦੀ ਆ ਤੇ ਆਪਣੇ ਸਟੈਂਡ 'ਤੇ ਉਹ ਸਾਡੇ ਨਾਲ ਆ ਕੇ ਗੱਲ ਕਰ ਸਕਦੇ ਨੇ। ਅਸੀਂ ਉਹਨਾਂ ਦੇ ਨਾਲ ਚੱਲਣ ਲਈ ਤਿਆਰ ਆ, ਪਰ ਇਹ ਨਾ ਹੋਵੇ ਨਾ ਕਿ ਉਹ RSS ਜਾਂ ਹੋਰ ਏਜੰਡਿਆਂ ਨੂੰ ਲਿਆ ਕੇ ਵਿੱਚ ਬਾੜ ਦੇਣ, ਤੇ ਅਸੀਂ ਉਹ ਚੀਜ਼ ਨੂੰ ਨਹੀਂ ਅਸੀਂ ਬਰਦਾਸ਼ਤ ਕਰ ਸਕਦੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਸਟੈਂਡ ਆ ਉਹ ਬਿਲਕੁਲ ਕਲੀਅਰ ਆ। ਅਸੀਂ ਆਪਣੇ ਸਟੈਂਡ ਤੋਂ ਬਿਨਾਂ ਬਿਲਕੁਲ ਵੀ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਨਹੀਂ ਕਰ ਸਕਦੇ। ਅਸੀਂ ਲੜ ਰਹੇ ਹਾਂ ਪੰਜਾਬ ਦੀ ਪੰਜਾਬੀਅਤ ਲਈ, ਪੰਜਾਬ ਦੇ ਪਾਣੀਆਂ ਲਈ ਤੇ ਸਿੱਖ ਕੌਮ ਦੇ ਲਈ। ਅਸੀਂ ਇਹ ਚੀਜ਼ਾਂ ਲਈ ਲੜ ਰਹੇ ਹਾਂ। ਜੇ ਇਸ ਚੀਜ਼ਾਂ ਦੇ ਉੱਪਰ ਕਿਸੇ ਵੀ ਪਾਰਟੀ ਨਾਲ ਸਾਡੇ ਜਿਹੜੇ ਮਤਭੇਦ ਨੇ ਉਹ ਭੁਲਾ ਕੇ ਸਾਡੇ ਨਾਲ ਆਉਂਦੇ ਨੇ, ਮੋਸਟ ਵੈਲਕਮ, ਅਸੀਂ ਵੈਲਕਮ ਕਰਦੇ ਹਾਂ ਉਹਨਾਂ ਦਾ ਸਾਡੇ ਨਾਲ ਆ ਕੇ ਖੜਨ। ਅਸੀਂ ਸਾਰਾ ਉਹਨਾਂ ਦੇ ਨਾਲ ਚੱਲਾਂਗੇ ਜੀ। ਸਿਮਰਜੀਤ ਬੈਂਸ ਹੁਣੇ ਵੀ ਆਖਰਕਾਰ ਤੁਹਾਡੇ ਵਿੱਚੋਂ ਨਿਕਲ ਕੇ ਗਏ ਨੇ, ਠੀਕ ਹੈ। ਸੁਖਪਾਲ ਸਿੰਘ ਖਹਿਰਾ ਵੀ ਸੇਮ ਏਜੰਡੇ ਦੇ ਉੱਤੇ ਲੜਦੇ ਨੇ ਕਿ ਅਸੀਂ ਪੰਜਾਬ ਦਾ ਮਸਲਾ ਹੈ, ਜਾਂ ਫਿਰ ਹਰ ਜਦੋਂ ਪੰਜਾਬੀਅਤ ਦੀ ਕਿਤੇ ਗੱਲ ਹੁੰਦੀ ਹੈ ਤਾਂ ਪੰਜਾਬ ਦੇ ਕੁਝ ਗਿਣੇ ਚੁਣੇ ਮੰਤਰੀ ਨੇ ਜਿਹੜੇ ਉਹ ਇਸ ਸੰਬੰਧ ਦੇ ਵਿੱਚ, ਜਿਹੜੇ ਵਿਧਾਇਕ ਨੇ ਉਹ ਇਸ ਸੰਬੰਧ ਦੇ ਵਿੱਚ ਬੋਲਦੇ ਨੇ, ਜਿਹੜੇ ਪੰਜਾਬ ਦੇ ਹੱਕ ਦੇ ਵਿੱਚ ਭੁਗਤਦੇ ਨੇ। ਇਹਨਾਂ ਸਾਰੀਆਂ ਲਾਈਕ ਮਾਈਂਡਡ ਪਾਰਟੀਆਂ ਨੂੰ ਇਕੱਠੇ ਹੋ ਕੇ ਜਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਇੱਕ ਵੱਡਾ ਗੱਠਜੋੜ ਖੜਾ ਹੋਇਆ ਸੀ, ਉਸ ਗੱਠਜੋੜ ਦੇ ਵਿੱਚ ਬੇਸ਼ੱਕ ਚਲੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਖਰਾ ਲੜਿਆ, ਪਰ ਇਸ ਵਾਰ ਵਿਧਾਨ ਸਭਾ ਦੇ ਵਿੱਚ ਕਿਤੇ ਨਾ ਕਿਤੇ ਕੋਸ਼ਿਸ਼ ਦੇ ਕੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰੀਏ, ਚਾਹੇ ਜਿਹੜੀ ਵੀ ਪਾਰਟੀ ਉੱਪਰ ਪੰਜਾਬ ਦੇ ਪੱਧਰ ਦੇ ਉੱਤੇ ਗੱਲ ਕੀਤੀ ਜਾਵੇ, ਉਹਨਾਂ ਦੇ ਨਾਲ ਰਲ ਕੇ ਆਪਾਂ ਵੋਟਾਂ ਨੂੰ ਇੱਕ ਪਾਸੇ ਪਿੱਛੇ ਛੱਡੀਏ ਤੇ ਸਾਰੀ ਲਾਈਕ ਮਾਈਂਡਡ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਦੇ ਲਈ ਕੰਮ ਕਰੀਏ। ਬਿਲਕੁਲ, ਅਸੀਂ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਚੁੱਕੇ ਹਾਂ, ਅਸੀਂ ਸਾਰੀਆਂ ਉਹਨਾਂ ਪਾਰਟੀਆਂ ਦਾ ਜਿਹੜਾ ਸਾਡੇ ਵਾਲਾ ਖਿਆਲ, ਮਤਲਬ ਕਦੇ ਕਿਸੇ ਨੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਸੰਬੰਧ ਦੇ ਵਿੱਚ? ਰਾਬਤਾ ਦੇਖੋ ਜੀ, ਇਹ ਚੀਜ਼ਾਂ ਨੇ ਹੁੰਦੀਆਂ ਰਹਿੰਦੀਆਂ ਨੇ। ਸਾਡੇ ਜਿਹੜੇ ਆ
ਸਾਤੋਂ ਹਾਈ ਕਮਾਂਡ ਉੱਪਰ ਆ, PAC ਮੀਟਿੰਗ ਦੇ ਵਿੱਚ ਵਿਚਾਰੀਆਂ ਜਾਂਦੀਆਂ ਨੇ, ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਪਾਰਟੀਆਂ ਨਾਲ, ਪਰ ਅਸੀਂ ਆਪਣਾ ਏਜੰਡਾ ਨਹੀਂ ਨਾ ਛੱਡ ਸਕਦੇ। ਅਸੀਂ ਪਾਰਟੀ ਦੇ ਨਾਲ ਕਿਸੇ ਨਾਲ ਗੱਠਜੋੜ ਕਰਨ ਦੇ ਲਈ ਅਸੀਂ ਪੰਜਾਬ ਦੇ ਹੱਕਾਂ ਨੂੰ ਕਿਸੇ ਦਾਅ 'ਤੇ ਨਹੀਂ ਲਾ ਸਕਦੇ। ਅਸੀਂ ਕੁਰਸੀ ਸਾਨੂੰ ਬਾਅਦ 'ਚ ਆ, ਪਹਿਲਾਂ ਸਾਨੂੰ ਪੰਜਾਬ ਆ, ਪੰਜਾਬ ਦੇ ਲੋਕ ਨੇ ਤੇ ਸਿੱਖ ਕੌਮ ਆ, ਉਸ ਤੋਂ ਬਾਅਦ ਸਾਨੂੰ ਕੁਰਸੀ ਆ। ਜੇ ਸਾਨੂੰ ਕੁਰਸੀ ਨਾਲ ਹੀ ਪਿਆਰ ਹੁੰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ, ਫਿਰ ਮਾਨ ਸਾਹਿਬ ਨੇ ਕੁਰਸੀ ਛੱਡਣੀ ਹੋਣੀ ਸੀ, ਕੁਰਸੀ ਤਾਂ ਉਹਨਾਂ ਨੂੰ ਮਿਲੀ ਹੋਈ ਸੀ ਆਲਰੇਡੀ। ਇਸ ਕਰਕੇ ਅਸੀਂ ਉਹਨਾਂ ਪਾਰਟੀਆਂ ਨੂੰ, ਸਾਰੀਆਂ ਪਾਰਟੀਆਂ ਨੂੰ ਪੰਜਾਬ ਦੀਆਂ ਜਿਹਨਾਂ ਤੁਸੀਂ ਨਾਮ ਗਿਣਾਇਆ, ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਆਓ ਆ ਕੇ ਪੰਜਾਬ ਦੇ ਹਿੱਤ ਦੇ, ਸਿੱਖ ਕੌਮ ਦੇ ਹਿੱਤ ਦੀ ਗੱਲ ਕਰੀਏ, ਤਦ ਹੀ ਸਾਰਾ ਕੁਝ ਸੰਭਵ ਹੋ ਸਕਦਾ। ਜੇ ਆਪਾਂ ਇਹ ਕਹੀਏ ਨਾ ਵੀ ਅਸੀਂ RSS ਦੇ ਅੰਡਰ ਲੱਗ ਕੇ ਚੱਲਣਾ, ਉਹ ਤਾਂ ਕਿਸੇ ਵੀ ਕੀਮਤ ਤੇ ਸੰਭਵ ਨਹੀਂ ਹੈਗਾ ਜੀ। ਜਿਸ ਵਾਰ ਪੰਜਾਬ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ 2022, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਹਨਾਂ ਮੁੱਦਿਆਂ ਦੇ ਉੱਤੇ ਲੜੇਗੀ? ਸਾਡੇ ਕੋਲ ਜੀ ਮੁੱਦੇ, ਪਾਣੀਆਂ ਦਾ ਮੁੱਦਾ ਜਿਹੜਾ ਮੇਨ ਮੁੱਦਾ, ਅਸੀਂ ਲੋਕਾਂ ਨੂੰ, ਪੰਜਾਬ ਦੇ ਲੋਕ ਇਹ ਪਾਣੀਆਂ ਦੇ ਮੁੱਦੇ ਤੇ ਉਹੀ ਗੱਲ ਆ ਗਈ ਨਾ, ਫਿਰ ਜਿੱਦਾਂ ਬਾਕੀ ਪਾਰਟੀਆਂ ਸਿਆਸਤ ਕਰਦੀਆਂ ਨੇ ਉਦਾਂ ਹੀ ਆਪਾਂ ਸਿਆਸਤ ਕਰ ਲਾਂਗੇ। ਅਸੀਂ ਜੇ ਵਿਧਾਨ ਸਭਾ ਦੇ ਵਿੱਚ ਜਾਂਦੇ ਆ, ਅਸੀਂ ਪਹਿਲੇ ਦਿਨ ਵਿਧਾਨ ਸਭਾ 'ਚ ਬੈਠ ਕੇ ਬਿਲਕੁਲ ਇਹ ਚੀਜ਼ਾਂ ਨੂੰ ਖਤਮ ਕਰਾਂਗੇ, ਬਿਲਕੁਲ ਮਤੇ ਪਾ ਕੇ ਖਤਮ ਕਰਾਂਗੇ। ਇਹ ਨਹੀਂਗਾ ਵੀ ਕੈਪਟਨ ਸਾਹਿਬ ਵਾਂਗੂ ਸਹੁੰ ਖਾ ਲਈ ਆ। ਮਾਨ ਸਾਹਿਬ ਦਾ ਸਟੈਂਡ ਬਾਰੇ ਪੰਜਾਬ ਦੇ ਹਰ ਲੀਡਰ ਨੂੰ, ਹਰ ਬੱਚੇ ਨੂੰ ਪਤਾ। ਅਸੀਂ ਬਿਲਕੁਲ ਇਹ ਲੋਕਾਂ ਨੂੰ ਸਾਫ਼ ਕਰ ਦਿੰਦੇ ਆ। ਜੇ ਸਾਨੂੰ ਲੋਕ ਮੌਕਾ ਦਿੰਦੇ ਨੇ, ਵਿਧਾਨ ਸਭਾ ਵਿੱਚ ਜਾਂਦੇ ਆ, ਅਸੀਂ ਪੰਜਾਬ ਦੀ ਕਿਸਾਨੀ ਨੂੰ ਬਚਾਵਾਂਗੇ, ਪੰਜਾਬ ਦੀ ਜਵਾਨੀ ਨੂੰ ਬਚਾਵਾਂਗੇ, ਪੰਜਾਬ ਦੇ ਪਾਣੀਆਂ ਨੂੰ ਬਚਾਵਾਂਗੇ। ਜਿੱਥੋਂ ਤੱਕ ਹੋ ਸਕਦਾ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਨੇ, ਜਿਨ੍ਹਾਂ ਦੀਆਂ ਪੈੜਾਂ ਬਾਦਲ ਦੇ ਘਰ ਵੱਲ ਜਾਂਦੀਆਂ ਨੇ, ਹਰ ਪੰਜਾਬ ਦੇ ਬੱਚੇ ਨੂੰ ਪਤਾ, ਅਸੀਂ ਇਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਸ਼ਰਾਖਾਂ ਦੇ ਪਿੱਛੇ ਧੱਕਾਂਗੇ। ਤੁਸੀਂ ਇੱਕ ਗੱਲ ਦੇਖੋ, 1947 ਤੋਂ ਬਾਅਦ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਸੀ ਜਾਂ SGPC ਸੀਗਾ, ਉੱਥੇ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਅਲੋਪ ਹੋਏ ਜਾਂ ਗਾਇਬ ਹੋਏ। ਆ ਹੁਣ ਕਿਉਂ ਹੋਏ ਨੇ? 2005 ਦੇ ਵਿੱਚ ਸਰੂਪ ਗਾਇਬ ਹੁੰਦੇ ਨੇ, ਉਸ ਤੋਂ ਬਾਅਦ ਬੇਅਦਬੀਆਂ ਦਾ ਦੌਰ ਸ਼ੁਰੂ ਹੁੰਦਾ ਤੇ ਕੈਪਟਨ ਸਾਹਿਬ ਆਉਂਦੇ ਨੇ, ਅਸੀਂ ਦੋਸ਼ੀਆਂ ਨੂੰ ਫੜਾਂਗੇ। ਇਹ ਸਾਰਾ ਜਿਹੜਾ ਵਤੀਰਾ ਵਾਪਰਦਾ ਪੰਜਾਬ ਦੇ ਵਿੱਚ, ਇਹ ਬਾਦਲ ਸਾਹਿਬ ਨੇ ਵਰਤਾਇਆ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਹੁਣ 328 ਸਰੂਪ ਗਾਇਬ ਨੇ, ਇਹ ਕਿੱਥੇ ਨੇ? ਇਹ ਲੋਕਾਂ ਨੇ ਸੋਚਣਾ ਪੰਜਾਬ ਦੇ ਵਿੱਚ ਵੀ 2022 ਦੇ ਵਿੱਚ ਅਸੀਂ ਕਿਹਨੂੰ ਲੈ ਕੇ ਆਉਣਾ, ਕੌਣ ਸਾਡੇ ਜਿਹੜੇ ਮੁੱਦਿਆਂ ਤੇ ਸਾਡੇ ਹੱਕਾਂ ਦੀ ਗੱਲ ਕੌਣ ਕਰ ਸਕਦਾ। ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਂਦੇ ਆ ਕਿ ਇੱਥੇ ਕੋਈ ਵੀ ਨਾ ਗੀਤਾ ਦੀ, ਨਾ ਰਮਾਇਣ ਦੀ, ਨਾ ਬਾਈਬਲ ਦੀ, ਨਾ ਗੁਰੂ ਗ੍ਰੰਥ ਸਾਹਿਬ ਦੀ ਤੇ ਨਾ ਕੁਰਾਨ ਪਾਕ ਦੀ, ਕਿਸੇ ਗ੍ਰੰਥ ਦੀ ਬੇਅਦਬੀ ਨਹੀਂ ਹੋਵੇਗੀ ਤੇ ਅਸੀਂ ਬੇਅਦਬੀ ਕਰਨ ਵਾਲੇ ਨੂੰ ਫਾਂਸੀ ਦੇ ਟੰਗਾਂਗੇ ਉਸੇ ਟਾਈਮ। ਇਹ ਨਹੀਂਗਾ ਵੀ ਇਹਨਾਂ ਵਾਂਗੂ ਵੀ ਬਾਦਲ ਨੂੰ ਬਚਾ ਰਹੇ ਨੇ, ਜਿਵੇਂ ਕੈਪਟਨ ਸਾਹਿਬ, ਹੁਣ ਸਭ ਨੂੰ ਪਤਾ ਪੰਜਾਬ ਦੇ ਵਿੱਚ ਬੇਅਦਬੀ ਕਿਹਨੇ ਕੀਤੀ, ਹੁਣ ਬਾਦਲ ਸਾਹਿਬ ਨੂੰ ਬਚਾਇਆ ਜਾ ਰਿਹਾ ਤੇ ਲੋਕਾਂ ਨੂੰ, ਪੰਜਾਬ ਦੇ ਨੂੰ ਪਤਾ, ਉਹ ਸਾਨੂੰ 2022 ਦੇ ਵਿੱਚ ਮੌਕਾ ਦੇਣ ਤੇ ਅਸੀਂ ਉਹਨਾਂ ਦੇ ਜਿਹੜੀਆਂ ਵਾਅਦੇ ਨੇ ਅਸੀਂ ਉਹਨਾਂ ਤੇ ਪੂਰੇ ਖਰੇ ਉਤਰਾਂਗੇ, ਨਹੀਂ ਅਸੀਂ ਸਿਆਸਤ ਛੱਡ ਦਾਂਗੇ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗਾਇਬ ਹੋਣ ਦਾ ਮਾਮਲੇ ਦੀ ਗੱਲ ਕੀਤੀ ਹੈ। ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੈਂ ਗੱਲ ਕਰਾਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਹੁਤ ਨੁਮਾਇੰਦੇ ਨੇ, ਬਹੁਤ ਅਜਿਹੇ ਜਿਹੜੇ ਕਹਿ ਦਈਏ ਕਿ ਸੀਟਾਂ ਅਜਿਹੀਆਂ ਨੇ SGPC ਦੀਆਂ ਜਿਨ੍ਹਾਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕੈਂਡੀਡੇਟ ਨੇ ਉਹ ਜਿੱਤੇ ਹੋਏ ਨੇ। ਹਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਜਿੱਤੇ ਹੋਏ, ਸ਼੍ਰੋਮਣੀ ਅਕਾਲੀ ਦਲ ਦੀਆਂ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤੀਆਂ ਹੋਏ ਨੇ, ਉਹਨਾਂ ਦੇ ਵੱਲੋਂ ਕੋਈ ਆਵਾਜ਼ ਕਿਉਂ ਨਹੀਂ ਉਠਾਈ ਗਈ? ਇਹਦੇ ਵਿੱਚ ਜਿਹੜੀ ਇੱਕ ਕਮੇਟੀ ਬਣਾਈ ਹੋਈ ਆ ਆਪਣੀ, ਜਿਹੜੀ ਜਾਂਚ ਕਰ ਰਹੀ ਹੈ, ਜਿਹਦੇ ਵਿੱਚ ਸਾਡੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ, ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ, ਮਾਸਟਰ ਕਰਨੈਲ ਸਿੰਘ ਨਾਰੀਕੇ, ਹੋਰ ਵੀ ਸਾਡੇ ਜਿਹੜੇ ਇਹਦੇ ਵਿੱਚ ਕਮੇਟੀ ਦੇ ਵਿੱਚ ਸ਼ਾਮਲ ਨੇ, ਉਹ ਇਹ ਚੀਜ਼ ਦੀ ਜਾਂਚ ਕਰ ਰਹੇ ਨੇ। ਇਹ ਕਮੇਟੀ ਬਣੀ ਨੂੰ ਕਾਫੀ ਟਾਈਮ ਹੋ ਗਿਆ। ਜਿਹੜੇ 328 ਜਿਹੜੇ ਸਰੂਪ ਗਾਇਬ ਹੋਏ ਨੇ, ਉਹ ਕਮੇਟੀ ਦੀ ਜਿਹੜੀ ਰਿਪੋਰਟ ਆ ਉਹ ਤਿਆਰ, ਲਗਭਗ ਉਹਨਾਂ ਨੇ ਜਾਂਚ ਕਰ ਲਈ ਆ। ਜਲਦੀ ਹੀ ਥੋੜ੍ਹੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਨਤਕ ਕਰਨਗੇ ਵੀ ਇਹ ਹੋਇਆ ਕੀ ਆ। ਅਸੀਂ ਆਪਣਾ ਕੰਮ ਕਰ ਰਹੇ ਹਾਂ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਵੀ ਹੋਈ ਆ ਜਾਂ ਜਿਹੜੇ ਸਰੂਪ ਨੇ ਉਹ ਗਾਇਬ ਹੋਏ ਨੇ, ਉਹਨਾਂ ਦੀ ਜਿਹੜੀ ਜਾਂਚ ਆ ਉਹ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਜਿਹੜੇ ਅੰਡਰ ਕਮੇਟੀ ਬਣੀ ਹੋਈ ਆ, ਉਹ ਜਾਂਚ ਉਹ ਕਰ ਰਹੇ ਨੇ ਤੇ ਆਉਣ ਵਾਲੇ ਥੋੜ੍ਹੇ ਦਿਨਾਂ ਦੇ ਵਿੱਚ ਤੁਹਾਨੂੰ ਉਹ ਜਿਹੜੀ ਜਾਂਚ ਆ ਉਹ ਅੱਗੇ ਲੈ ਕੇ ਆਵਾਂਗੇ। ਅਸੀਂ ਕਿੰਨਾ ਸਮਾਂ ਹੋ ਗਿਆ ਇਸ ਜਾਂਚ ਨੂੰ ਚੱਲਦੇ ਹਾਂ? ਜਿਹੜਾ ਇਹ ਜਦੋਂ ਇਹ ਰੌਲਾ ਆਇਆ, ਜਦੋਂ ਮੈਨੂੰ ਲੱਗਦਾ ਇਹ ਮਈ ਜੂਨ ਦੇ ਵਿੱਚ ਗੱਲ ਸਾਹਮਣੇ ਆਈ ਆ ਕਿ 267 ਸਰੂਪ ਸੀਗੇ, ਉਦੋਂ ਤਾਂ ਕਹਿ ਰਹੇ ਸੀਗੇ, ਤੇ ਉਦੋਂ ਹੀ ਸਾਡੀ ਥੋੜ੍ਹੇ ਦਿਨਾਂ ਬਾਅਦ PAC ਦੀ ਮੀਟਿੰਗ ਹੋਈ ਆ, ਜਿਹਦੇ ਵਿੱਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਉਹਨਾਂ ਨੇ, ਪ੍ਰੋਫੈਸਰ ਮਹਿੰਦਰਪਾਲ ਉਹਨਾਂ ਨੇ ਜਿਹੜੀ ਕਮੇਟੀ ਬਣਾਈ ਆ, ਉਹਦੇ ਕਮੇਟੀ ਦੇ ਵਿੱਚ ਉਹ ਜਾਂਚ ਆ ਜਿਹੜੀ ਉਹ ਕਰ ਰਹੇ ਨੇ ਤੇ ਤੁਹਾਨੂੰ ਜਲਦੀ ਥੋੜ੍ਹੇ ਦਿਨਾਂ ਵਿੱਚ ਹੀ ਉਹ ਰਿਪੋਰਟ ਜਿਹੜੀ ਆਪਣੀ ਕਮੇਟੀ ਦੀ ਤੁਹਾਡੇ ਸਾਹਮਣੇ ਲੈ ਕੇ ਆਉਣਗੇ। ਇਸ ਸੰਬੰਧ ਦੇ ਵਿੱਚ ਕਦੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਂ ਫਿਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਲੌਂਗੋਵਾਲ, ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਮਸਲਿਆਂ ਨੂੰ ਕਿਤੇ ਨਾ, ਕਿਉਂਕਿ ਪੰਥਕ ਮਸਲੇ ਨੇ, ਪੰਥਕ ਪਾਰਟੀ ਆ ਤੁਹਾਡੀ, ਤੇ ਇਹਨਾਂ ਮਸਲਿਆਂ ਨੂੰ ਜੇ ਆਪਾਂ ਮੀਡੀਆ ਦੇ ਵਿੱਚ ਲੈ ਕੇ ਆਉਣ ਤੋਂ ਪਹਿਲਾਂ ਆਪਾਂ ਅੰਦਰੋਂ ਅੰਦਰ ਹੀ ਕਿਤੇ ਨਾ ਕਿਤੇ ਸੁਲਝਾਉਣ ਦੀ ਕੋਸ਼ਿਸ਼ ਕਰ ਲਈ? ਕੋਈ ਇਸ ਸੰਬੰਧ ਦੇ ਵਿੱਚ ਮੀਟਿੰਗਾਂ ਕੋਈ ਹੋਈਆਂ ਹੋਣ? ਦੇਖੋ ਜੀ, ਤੁਸੀਂ ਮੈਨੂੰ ਉਹ ਗੱਲ ਪੁੱਛ ਰਹੇ ਹੋ ਜਿਹਦਾ ਹੁਣ ਜਿਹੜਾ ਚੋਰ ਕਦੇ ਚੋਰੀ ਕਰਨ ਤੋਂ ਬਾਅਦ ਆਪਣੀ ਚੋਰੀ ਨੂੰ ਜ਼ਾਹਰ ਕਰਨ ਲਈ ਦੂਜੀਆਂ ਪਾਰਟੀਆਂ ਜਾਂ ਦੂਜੀਆਂ ਸੰਸਥਾਵਾਂ ਦੇ ਨਾਲ ਮੀਟਿੰਗ ਕਰੂਗਾ?
ਹੁਣ ਚੋਰ ਹੀ ਉੱਥੇ ਬੈਠੇ ਨੇ, ਚਾਹੇ ਉਹ ਲੌਂਗੋਵਾਲ ਸਾਹਿਬ ਹੋਣ, ਕਿਹਨਾਂ ਦੇ ਉਹ ਪਾਰਟੀ ਦੇ ਨੁਮਾਇੰਦੇ ਨੇ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇ। ਤੇ ਉਹ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਨੇ, ਉਹਨਾਂ ਨੂੰ ਵੀ ਸਰਕਾਰੀ ਜਥੇਦਾਰ ਕਹਿੰਦੇ ਨੇ। ਉਹ ਗੱਲਾਂ ਬਹੁਤ ਵੱਡੀਆਂ ਕਰਦੇ ਨੇ, ਗੱਲਾਂ ਉਹ ਕਰਦੇ ਨੇ ਅਕਾਲੀ ਦਲ, ਅਕਾਲੀ ਫੂਲਾ ਸਿੰਘ ਦੀਆਂ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਮਲੀ ਦੇ ਦਰਖਤ ਨਾਲ ਬੰਨ੍ਹ ਕੇ ਕੋਰੜੇ ਮਾਰੇ ਸੀ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਹਰਪ੍ਰੀਤ ਸਿੰਘ ਜੀ ਨੂੰ, ਜੇ ਤੁਸੀਂ ਵਾਕਈ ਕੌਮ ਦੇ ਜਥੇਦਾਰ ਹੋ ਤਾਂ ਸ਼ਰੇਆਮ ਪਤਾ ਵੀ ਬਾਦਲ ਸਾਹਿਬ ਨੇ ਬੇਅਦਬੀ ਕਰਵਾਈ ਹੈ, ਤੇ ਬਾਦਲ ਸਾਹਿਬ ਦੀ ਮਿਲੀ ਭੁਗਤੀ ਨਾਲ ਜਿਹੜੇ ਸਰੂਪ ਨੇ ਉਹ ਗਾਇਬ ਹੋਏ ਨੇ, ਤਾਂ ਬੰਨੋ ਬਾਦਲ ਸਾਹਿਬ ਨੂੰ ਉੱਥੇ, ਲਾਓ ਇਹਨਾਂ ਨੂੰ ਪੰਥ ਦੇ ਵਿੱਚੋਂ, ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕੋ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਦਾ ਤਲਬ ਕਰੋ। ਇਹਨਾਂ ਨੂੰ ਕੁਝ ਵੀ ਨਹੀਂ ਕਰ ਰਹੇ, ਕਿਉਂਕਿ ਕੌਮ ਨੂੰ ਪਤਾ ਇਹ ਸਰਕਾਰੀ ਬੰਦੇ ਨੇ। ਜਿਹੜਾ ਲੌਂਗੋਵਾਲ ਸਾਹਿਬ ਨੇ ਉਹ ਵੀ ਸਰਕਾਰੀ ਨੇ, ਜਿਹੜੇ ਹਰਪ੍ਰੀਤ ਸਿੰਘ ਨੇ ਜਥੇਦਾਰ ਉਹ ਵੀ ਬਾਦਲ ਦੀ ਬੋਲੀ ਬੋਲਦੇ ਨੇ। ਜਦੋਂ ਇੱਕ ਦੋ ਚੰਗੀਆਂ ਗੱਲਾਂ ਕਰਕੇ ਲੋਕਾਂ 'ਚ ਵਾਹ ਖੱਟ ਲੈਂਦੇ ਨੇ, ਗੱਲਾਂ ਕਰਨੀਆਂ ਅਕਾਲੀ ਫੂਲਾ ਸਿੰਘ ਦੀਆਂ ਤੇ ਨਿਕਲਣਾ ਵਿੱਚੋਂ ਕੁਝ ਵੀ ਨਹੀਂ। ਇਸ ਕਰਕੇ ਅਕਾਲੀ ਫੂਲਾ ਸਿੰਘ ਦੀਆਂ ਗੱਲਾਂ ਕਰਨ ਦੀ ਬਜਾਏ ਅਕਾਲੀ ਫੂਲਾ ਸਿੰਘ ਵਾਂਗੂ, ਜਥੇਦਾਰ ਸਾਹਿਬ ਵਾਂਗੂ ਤੁਸੀਂ ਕੁਝ ਕਰਕੇ ਦਿਖਾਓ ਕੌਮ ਲਈ। ਜੇ ਕਰ ਸਕਦੇ ਹੋ ਤਾਂ ਤੁਹਾਨੂੰ ਪਤਾ, ਸਾਰੇ ਬੱਚੇ ਨੂੰ ਪਤਾ ਵੀ ਜਿਹੜੀ ਬੇਅਦਬੀ ਹੋਈ ਆ, ਜਾਂ ਜਿਹੜੇ 328 ਜਿਹੜੇ ਮਹਾਰਾਜ ਦੇ ਸਰੂਪ ਨੇ। ਤੁਸੀਂ ਇੱਕ ਗੱਲ ਸੋਚੋ ਕਿ ਜਿੱਥੇ ਪ੍ਰੈਸ ਲੱਗੀ ਹੋਈ ਆ, ਪ੍ਰੈਸ ਦੇ ਵਿੱਚ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਉੱਥੇ ਛਪਦੇ ਨੇ, ਛਪਾਈ ਹੁੰਦੀ ਆ ਉਹਨਾਂ ਦੀ। ਉਸ ਤੋਂ ਬਾਅਦ ਜੇ ਤੁਸੀਂ ਲੈਣ ਜਾਣਾ ਜਾਂ ਕਿਸੇ ਪਿੰਡ 'ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣ ਲਈ ਜਾਣਾ, ਇੱਕ ਪ੍ਰੋਸੈਸ ਚੱਲਦਾ। ਉਹ ਪ੍ਰੋਸੈਸ ਦੇ ਥਰੂ ਉੱਥੇ ਐਪਲੀਕੇਸ਼ਨ ਦਿੱਤੀ ਜਾਂਦੀ ਆ। ਐਪਲੀਕੇਸ਼ਨ ਆ ਉਹ 3-4 ਬੰਦਿਆਂ ਦੇ ਕੋਲੋਂ ਹੁੰਦੀ ਹੋਈ, ਪਾਸ ਹੁੰਦੀ ਹੋਈ, ਫਿਰ ਉਹ ਜਾ ਕੇ ਸਰੂਪ ਆ ਜਿਹੜਾ ਮਹਾਰਾਜ ਦਾ ਉਹ ਦਿੰਦੇ ਨੇ, ਉਹਦਾ ਰਿਕਾਰਡ ਰੱਖਿਆ ਜਾਂਦਾ। ਰਿਕਾਰਡ ਰੱਖਣ ਤੋਂ ਬਾਅਦ ਤੁਹਾਨੂੰ ਸਰੂਪ ਦਿੱਤਾ ਜਾਂਦਾ। ਤੁਸੀਂ ਹੈਰਾਨ ਹੋ ਕਿ 328 ਦੇ ਸਰੂਪ ਮਹਾਰਾਜ ਦੇ ਕਿੱਥੇ ਗਏ ਨੇ? ਇਹ 2015 ਤੋਂ ਬਾਅਦ ਦੇ ਹੁਣ ਤੱਕ ਦੇ 328 ਸਰੂਪ ਨੇ ਜਿਹੜੇ ਗਾਇਬ ਹੋ ਚੁੱਕੇ ਨੇ। ਇਹ ਸਿੱਧੇ ਦੇ ਤੌਰ ਤੇ ਇਸ ਗੱਲ ਸਿੱਧੀ ਹੁੰਦੀ ਆ ਕਿ ਜਿਹੜੇ ਇਹਨਾਂ ਨੇ ਬੇਅਦਬੀ ਕੀਤੀ ਆ ਸਰੂਪਾਂ ਦੀ, ਜਿਹੜੀ ਹੋਈ ਆ ਪਿਛਲੇ ਟਾਈਮ ਦੇ ਵਿੱਚ, ਉਹ ਫਿਰ ਬਾਦਲ ਸਾਹਿਬ ਨੇ ਉਹੀ ਸਰੂਪਾਂ ਦੀ ਕਰਵਾਈ ਆ। ਨਹੀਂ ਜਨਤਕ ਕਰਨ ਕਿੱਥੇ ਨੇ ਸਰੂਪ? ਨਹੀਂ ਕਰ ਸਕਦੇ ਇਹ ਚੀਜ਼ ਲਈ। ਨਾ ਜਥੇਦਾਰ ਹਰਪ੍ਰੀਤ ਸਿੰਘ ਜੀ ਕਰ ਸਕਦੇ ਨੇ, ਨਾ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਹੜੇ ਪ੍ਰਧਾਨ ਨੇ ਉਹ ਕਰ ਸਕਦੇ ਨੇ, ਕਿਉਂਕਿ ਉਹ ਦੋ ਕਠਪੁਤਲੀਆਂ ਨੇ ਬਾਦਲ ਸਾਹਿਬ ਦੀਆਂ। ਜਿਵੇਂ ਬਾਦਲ ਸਾਹਿਬ ਨੇ ਨਚਾਉਣਾ ਕਠਪੁਤਲੀਆਂ ਨੂੰ, ਉਦਾਂ ਹੀ ਨੱਚਣਾ। ਉਹ ਤਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਇੱਥੇ ਵੀ ਸਿੱਧ ਕਰ ਗਏ ਕਿ ਉਹ ਤਾਂ ਜਿਹੜੇ ਸਰੂਪਾਂ ਦੀ ਗੱਲ ਹੁੰਦੀ ਆ ਉਹ ਕਦੇ ਛਪੇ ਹੀ ਨਹੀਂ, ਉਹਨਾਂ ਦੀ ਛਪਾਈ ਹੋਈ ਨਹੀਂ ਹੋਈ। ਨਹੀਂ, ਫਿਰ ਮੈਨੂੰ ਇਹ ਦੱਸੋ ਕਿ ਇੰਨਾ ਅਨਪੜ੍ਹ ਟੋਲਾ ਬਿਠਾਇਆ ਹੋਇਆ ਉੱਥੇ, ਜਿਨ੍ਹਾਂ ਨੂੰ ਰਿਕਾਰਡ ਰੱਖਣਾ ਨਹੀਂ ਆਉਂਦਾ, ਫਿਰ ਉਹਨਾਂ ਨੂੰ ਕੰਮ ਕਰਨ ਦਾ ਜਾਂ ਐਜੀਪੀਸੀ ਚਲਾਉਣ ਦਾ ਉੱਥੇ ਬੈਠਣ ਦਾ ਕੀ ਕੰਮ ਆ? ਫਿਰ ਅਨਪੜ੍ਹ ਟੋਲਾ ਜੇ ਉਹ ਇਹ ਗੱਲ ਕਹਿ ਰਹੇ ਆ, ਇਹ ਦੇਖੋ ਇੱਦਾਂ ਨਹੀਂ ਸਰੂਪ ਛਪੇ ਨੇ, ਸਰੂਪ ਨੇ ਜਿਹੜੇ ਅਲੋਪ ਹੋਏ ਨੇ, ਕਿਤੇ ਨਾ ਕਿਤੇ ਉਹ ਗਏ ਨੇ। ਕਿੱਥੇ ਗਏ ਨੇ ਉਹ ਬਾਦਲ ਸਾਹਿਬ ਨੂੰ ਬਿਲਕੁਲ ਪਤਾ। ਬਾਦਲ ਸਾਹਿਬ ਦੀਆਂ ਪਰਚੀਆਂ ਤੇ ਬਾਦਲ ਸਾਹਿਬ ਦੇ ਫੋਨ ਕਾਲਸ ਤੇ ਵੀ ਆ ਸਰੂਪ ਦੇ ਦਿਓ, ਸਭ ਦਿੰਦੇ ਨੇ। ਉੱਥੇ ਜਿਹੜਾ ਹਰ ਇੱਕ ਜਿਹੜਾ ਪੱਤਾ ਵੀ ਆ ਨਾ, ਉਹ ਜਿਹੜਾ ਐਜੀਪੀਸੀ ਦਾ ਉਹ ਬਾਦਲ ਸਾਹਿਬ ਤੋਂ ਬਿਨਾਂ ਨਹੀਂ ਹਿਲਦਾ। ਛਪੇ ਕਿਉਂ ਨਹੀਂ? ਛਪੇ ਨੇ ਸਰੂਪ। ਫਿਰ ਜੇ ਛਪੇ ਨਹੀਂ ਗਏ, ਫਿਰ ਉੱਥੇ ਜਿਹੜਾ ਅੰਕੜਿਆਂ ਦੇ ਵਿੱਚ ਫਰਕ ਕਿਵੇਂ ਪੈ ਗਿਆ? ਤੁਸੀਂ ਵੀ ਪੜ੍ਹੇ ਲਿਖੇ ਹੋ, ਆਪਾਂ ਪੜ੍ਹੇ ਲਿਖੇ ਹਾਂ। ਆਪਾਂ ਜਦੋਂ ਕੋਈ ਲਿਖਦੇ ਹਾਂ, ਆਪਾਂ ਨੰਬਰਿੰਗ ਚੱਲਦੀ ਆ, ਆਪਣਾ ਸਾਰਾ ਕੁਝ ਉਹ ਚੀਜ਼ ਦੇ ਨਾਲ ਚੱਲਦਾ। ਪਰ ਇੱਦਾਂ ਕਿੱਦਾਂ ਹੋ ਸਕਦਾ ਵੀ 328 ਸਰੂਪ ਛਪੇ ਨਾ ਹੋਣ ਤੇ ਉਹ ਤੋਂ ਬਾਅਦ ਇਹ ਹੋ ਜਾਵੇ ਵੀ ਇਹ ਤਾਂ ਸਰੂਪ ਛਪੇ ਹੀ ਨਹੀਂ ਗਏ? ਬਿਲਕੁਲ ਛਪੇ ਨੇ। ਬਾਦਲ ਸਾਹਿਬ ਨੂੰ ਪਤਾ ਜੀ ਉਹਨਾਂ ਨੇ ਕਿੱਥੇ ਭੇਜੇ ਨੇ। ਇਹ ਬਾਦਲ ਸਾਹਿਬ ਨੂੰ ਜਥੇਦਾਰ ਹਰਪ੍ਰੀਤ ਸਿੰਘ ਜੀ ਪੁੱਛ ਸਕਦੇ ਨੇ, ਜੇ ਉਹ ਕੌਮ ਦੇ ਜਥੇਦਾਰ ਆਪਣੇ ਆਪ ਨੂੰ ਕਹਾਉਂਦੇ ਨੇ। ਜੇ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਜਥੇਦਾਰ ਬਣਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਬਾਦਲ ਸਾਹਿਬ ਨੂੰ ਪੁੱਛਣ। ਜੇਕਰ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸਰਕਾਰੀ ਜਥੇਦਾਰ ਕਹਿੰਦੇ ਹੋ ਤਾਂ ਜਥੇਦਾਰ, ਕੌਮ ਦੇ ਜਥੇਦਾਰ ਕਿਹਨਾਂ ਨੂੰ ਮੰਨਦੇ ਹੋ? ਦੇਖੋ ਜੀ, ਕੌਮ ਨੇ ਸਰਬੱਤ ਖਾਲਸਾ ਦੇ ਵਿੱਚ ਕੌਮ ਨੇ ਜਦੋਂ ਕਿ ਇਕੱਠ ਹੋਇਆ, ਉੱਥੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਚੁਣਿਆ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਕਾਰਜਕਾਰੀ ਜਿਹੜੇ ਜਥੇਦਾਰ ਨੇ ਉਹ ਧਿਆਨ ਸਿੰਘ ਮੰਡ ਜੀ ਨੇ, ਜਿਹੜੇ ਕੌਮ ਦੀ ਗੱਲ ਕਰਦੇ ਨੇ ਤੇ ਕੌਮ ਦੀ ਆਵਾਜ਼ ਉਠਾਉਂਦੇ ਨੇ। ਸਰਬੱਤ ਖਾਲਸਾ ਦੇ ਵਿੱਚੋਂ ਜਥੇਦਾਰ ਤਾਂ ਫਿਰ ਦਾਦੂਵਾਲ ਹੋਣਾ ਨੂੰ ਵੀ ਚੁਣਿਆ ਗਿਆ ਸੀ, ਉਹ ਜਥੇਦਾਰੀ ਤੋਂ ਬੀਤੇ ਦਿਨ ਅਸਤੀਫਾ ਦੇ ਗਏ। ਇਹ ਹੁਣ ਦਾਦੂ ਜੀ, ਇਹ ਤੁਸੀਂ ਸਵਾਲ ਜਿਹੜਾ ਇਹ ਦਾਦੂਵਾਲ ਸਾਹਿਬ ਜੀ ਨੂੰ ਕਰੋ, ਕਿਉਂਕਿ ਉਹਨਾਂ ਨੇ ਅਸਤੀਫਾ ਦਿੱਤਾ। ਕਿਉਂਕਿ ਜਥੇਦਾਰ ਸਾਹਿਬ ਆਉਂਦੇ ਰਹਿੰਦੇ ਨੇ ਤੇ ਜਾਂਦੇ ਰਹਿੰਦੇ ਨੇ, ਕਿਉਂਕਿ ਸੇਵਾ ਮੁਕਤ ਵੀ ਹੁੰਦੇ ਰਹਿੰਦੇ ਨੇ ਤੇ ਨਵੇਂ ਜਥੇਦਾਰ ਸਾਹਿਬ ਜਿਹੜੇ ਆਉਂਦੇ ਰਹਿੰਦੇ ਨੇ। ਇਹ ਦਾਦੂਵਾਲ ਸਾਹਿਬ ਦੱਸ ਸਕਦੇ ਨੇ ਕਿ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ। ਇਸ ਗੱਲ ਦਾ ਤੁਹਾਨੂੰ ਉਹ ਵਧੀਆ ਜਵਾਬ ਦੇ ਸਕਦੇ ਨੇ। ਦਾਦੂਵਾਲ ਸਾਹਿਬ ਕੋਲ ਤਾਂ ਪ੍ਰਧਾਨਗੀ ਆ ਗਈ ਨਾ, ਹਰਿਆਣਾ ਜਿਹੜੀ ਐਸਜੀਪੀਸੀ ਹੈ ਜਿਹੜੀ ਉੱਥੋਂ ਦੀ, ਤੇ ਉਹ ਪ੍ਰਧਾਨਗੀ ਤੋਂ ਬਾਅਦ ਜਥੇਦਾਰੀ ਤੋਂ ਅਸਤੀਫਾ ਦੇ ਗਏ। ਜੇ ਕੌਮ ਨੇ ਜਥੇਦਾਰ ਚੁਣੇ ਸੀ ਤੇ ਕਿਤੇ ਨਾ ਕਿਤੇ ਪਹਿਲਾਂ ਕੌਮ ਦੇ ਨਾਲ ਸਲਾਹ ਵੀ ਹੋਣੀ ਚਾਹੀਦੀ ਸੀ ਨਾ। ਬਿਲਕੁਲ ਹੋਣੀ ਚਾਹੀਦੀ ਸੀ। ਉਹੀ ਗੱਲ ਆ ਨਾ, ਇਹ ਸਵਾਲ ਤੁਸੀਂ ਜੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਮੈਂ ਉਹੀ ਕਹਿ ਰਿਹਾ ਕਿ ਕੌਮ ਦੇ ਜਥੇਦਾਰ ਕਿਹਨਾਂ ਨੂੰ ਮੰਨਿਆ ਜਾਵੇ ਨਾ। ਫਿਰ ਜੇਕਰ ਹਰਪ੍ਰੀਤ ਸਿੰਘ ਹੋਣੀ ਸਰਕਾਰੀ ਜਥੇਦਾਰ ਨੇ, ਤੁਸੀਂ ਕਹਿ ਦਿੰਦੇ ਹੋ, ਪਰ ਜੇਕਰ ਕੌਮ ਦੇ ਜਥੇਦਾਰ ਬਿਨਾਂ ਦੱਸੇ ਅਸਤੀਫਾ ਦੇ ਦਿੰਦੇ ਨੇ, ਜਦੋਂ ਉਹਨਾਂ ਨੂੰ ਕੋਈ ਆਪਣਾ ਵੱਡਾ ਅਹੁਦਾ ਮਿਲ ਜਾਂਦਾ, ਫਿਰ ਕੌਮ ਕਿਹਦੇ ਤੇ ਵਿਸ਼ਵਾਸ ਕਰੇ? ਦੇਖੋ, ਅਸੀਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਜੀ ਦੀ ਗੱਲ ਕਰ ਰਹੇ ਹਾਂ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਗੱਲ ਕਰ ਰਹੇ ਹਾਂ ਕਿ ਉਹ ਅਸੀਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹਨਾਂ ਨੂੰ ਮੰਨਦੇ ਹਾਂ। ਮਤਲਬ ਕਿ ਜੇ ਹੁਣ ਇਹਨਾਂ ਦੇ ਵਿੱਚੋਂ ਦਾਦੂਵਾਲ ਨੂੰ ਸਰਕਾਰੀ ਜਥੇਦਾਰ ਮੰਨ ਲਈਏ ਸੀ? ਨਹੀਂ, ਅਸੀਂ ਮੈਂ ਨਹੀਂ ਇਹ ਗੱਲ ਕਹਿੰਦਾ ਵੀ
ਵੀ ਦਾਦੂਵਾਲ ਸਾਹਿਬ ਨੂੰ ਸਰਕਾਰੀ ਜਥੇਦਾਰ, ਇਹ ਤੁਸੀਂ ਦਾਦੂਵਾਲ ਸਾਹਿਬ ਨੂੰ ਪੁੱਛ ਲਿਓ ਵੀ ਉਹਨਾਂ ਦੀਆਂ ਕੀ ਮਜਬੂਰੀਆਂ ਹੋ ਗਈਆਂ ਜਾਂ ਕੀ ਇੱਦਾਂ ਦੀ ਗੱਲ ਹੋ ਗਈ ਜਿਨ੍ਹਾਂ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ। ਇਹ ਹੁਣ ਇਹਦਾ ਜਿਹੜਾ ਸਵਾਲ ਦਾ ਜਵਾਬ ਆ ਉਹ ਦਾਦੂਵਾਲ ਸਾਹਿਬ ਮੇਰੇ ਨਾਲੋਂ ਵਧੀਆ ਦੇ ਸਕਦੇ ਨੇ, ਕਿਉਂਕਿ ਉਹਨਾਂ ਨੇ ਜਥੇਦਾਰ ਦੀ ਸੇਵਾ ਕੀਤੀ ਆ ਤੇ ਅੱਜ ਉਹਨਾਂ ਨੂੰ ਅਸਤੀਫਾ ਦੇਣ ਦੀ ਕਿਉਂ ਲੋੜ ਪੈ ਗਈ ਆ, ਇਹ ਤੁਸੀਂ ਸਵਾਲ ਉਹਨਾਂ ਨੂੰ ਕਰੋ ਤਾਂ ਵਧੀਆ ਗੱਲ ਆ ਜੀ। ਤੇ ਹੁਣ ਇਸ ਤੋਂ ਅੱਗੇ ਜਿਹੜੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਇਲੈਕਸ਼ਨ ਲੜੇ ਜਾਣੇ ਨੇ, ਸਾਰਿਆਂ ਦੇ ਵੱਲੋਂ ਹਰ ਮੁੱਦੇ ਦੇ ਉੱਤੇ ਹੁਣ ਜਿਹੜੀ ਇੱਕ ਦੂਜੇ ਦੇ ਉੱਤੇ ਹੁਣ ਜਿਹੜੀ ਨਿਚਲੇ ਲੈਵਲ ਦੀ ਸਿਆਸਤ ਹੈ ਨਾ, ਉਹ ਤਕਰੀਬਨ ਇਲੈਕਸ਼ਨਾਂ ਤੋਂ 1 ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਇੱਕ ਦੂਜੇ ਦੇ ਉੱਤੇ ਇਸ ਹੱਦ ਤੱਕ ਗਿਰ ਕੇ ਸਿਆਸਤ ਹੋਣੀ ਹੈ ਕਿ ਕਿਸੇ ਦੇ ਪਰਿਵਾਰਕ ਮਸਲਿਆਂ ਦੇ ਉੱਤੇ ਹੀ ਬੋਲ ਹੋਣਾ ਤੇ ਹਰ ਇੱਕ ਅੰਦਰੂਨੀ ਮਸਲਿਆਂ ਦੇ ਉੱਤੇ ਗੱਲਬਾਤ ਹੋਣੀ ਹੈ। ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਜਿਹੜੇ ਹੁਣ ਇਲੈਕਸ਼ਨ ਲੜੇ ਜਾਣੇ ਨੇ, ਕਿਹੜੀ ਪਾਰਟੀ ਦੇ ਨਾਲ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਗੱਠਜੋੜ ਕਰ ਸਕਦੇ ਹੋ? ਕਿਉਂਕਿ ਗੱਠਜੋੜ ਦੀਆਂ ਹਰ ਪਾਸੇ ਚਰਚਾਵਾਂ ਨੇ। ਜੇਕਰ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਕਰਦਾ ਤਾਂ ਕਿਹੜੀ ਪਾਰਟੀ ਦੇ ਨਾਲ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਸ? ਦੇਖੋ ਜੀ, ਇਹ ਜਿਹੜੇ ਸਿਆਸੀ ਤੌਰ ਤੇ ਅਸੀਂ ਜੇ ਗੱਲ ਕਰੀਏ ਗੱਠਜੋੜ ਦੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਾਂਗੇ ਜਿਹੜਾ ਪਾਰਟੀ ਜਿਹੜੇ ਸਾਡਾ ਏਜੰਡਾ ਪਾਰਟੀ ਦਾ, ਸਾਡੇ ਜਿਹੜੇ ਖਿਆਲ ਨੇ, ਜੇ ਉਹਨਾਂ ਦੇ ਨਾਲ ਮੇਲ ਖਾਂਦੀ ਆ, ਅਸੀਂ ਉਸ ਪਾਰਟੀ ਦੇ ਨਾਲ ਗੱਠਜੋੜ ਕਰ ਸਕਦੇ ਹਾਂ। ਹੁਣ ਇਹ ਤਾਂ ਹੈ ਨਹੀਂਗਾ ਕਿ ਅਸੀਂ ਬੀਜੇਪੀ ਨਾਲ ਗੱਠਜੋੜ ਕਰ ਲਾਂਗੇ, ਠੀਕ ਨਹੀਂ ਜੀ। ਇਹ ਆਉਣ ਵਾਲਾ ਸਮਾਂ ਦੱਸੇਗਾ ਨਾ। ਜੇ ਨਹੀਂ ਸਾਡੇ ਹਮਖਿਆਲੀ ਪਾਰਟੀ ਆਉਂਦੀ ਤਾਂ ਅਸੀਂ ਇਲੈਕਸ਼ਨ ਲੜ ਰਹੇ ਹਾਂ। ਅਸੀਂ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਆ ਉਹ ਇੱਕ ਇਲੈਕਸ਼ਨ ਹੁੰਦੀ ਆ ਨਾ, ਕੁਛ ਇਲੈਕਸ਼ਨ ਆਪਣੀ ਹੋਂਦ ਨੂੰ ਬਚਾਉਣ ਦੇ ਲਈ, ਪੰਜਾਬ ਦੀ ਹੋਂਦ ਨੂੰ ਬਚਾਉਣ ਦੇ ਲਈ, ਅਸੀਂ ਪੰਜਾਬ ਦੇ ਲੋਕਾਂ ਦੇ ਹੋਂਦ ਨੂੰ ਬਚਾਉਣ ਦੇ ਜਿਹੜੀ ਹੋਕਾ ਹੈ ਪੰਜਾਬ ਦੀ ਨੌਜਵਾਨੀ ਨੂੰ ਦਿੰਦੇ ਆ ਰਹੇ ਹਾਂ। ਮਾਨ ਸਾਹਿਬ ਵੀ ਦਿੰਦੇ ਆ ਰਹੇ ਨੇ 35 ਸਾਲ ਤੋਂ, ਤੇ ਅਸੀਂ ਵੀ ਉਹ ਹੋਕਾ ਦੇ ਰਹੇ ਹਾਂ। ਇਹ ਜ਼ਰੂਰੀ ਨਹੀਂ ਹੈ ਕਿ ਗੱਠਜੋੜ ਕਰਕੇ ਹੀ ਅਸੀਂ ਇਲੈਕਸ਼ਨ ਲੜਾਂਗੇ। ਹਾਂ, ਜੇ ਇਹੋ ਜਿਹਾ ਸਮਾਂ ਕੋਈ ਬਣਦਾ ਜਾਂ ਸਾਡੇ ਨਾਲ ਪਾਰਟੀ ਦੇ ਕੋਈ ਕਿਸੇ ਦੇ ਖਿਆਲ ਮਿਲਦੇ ਨੇ ਤਾਂ ਅਸੀਂ ਗੱਠਜੋੜ ਜ਼ਰੂਰ ਕਰਾਂਗੇ, ਪਰ ਜੇ ਨਹੀਂ ਬਣਦਾ ਤਾਂ ਅਸੀਂ ਪਹਿਲਾਂ ਵੀ ਲੜਦੇ ਆ ਰਹੇ ਹਾਂ ਇਲੈਕਸ਼ਨ। ਅਸੀਂ ਪੰਜਾਬ ਦੇ ਵਿੱਚ ਆਪਣੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਇਲੈਕਸ਼ਨ ਜ਼ਰੂਰ ਲੜਾਂਗੇ। ਸੋ ਪੰਜਾਬ ਦੇ ਵਿੱਚ 2022 ਦੇ ਵਿੱਚ ਵਿਧਾਨ ਸਭਾ ਚੋਣਾਂ, ਇਹਨਾਂ ਵਿਧਾਨ ਸਭਾ ਚੋਣਾਂ ਦੇ ਉੱਤੇ ਹੀ ਜਿਹੜੀ ਹੁਣ ਸਾਰੀਆਂ ਪਾਰਟੀਆਂ ਦੇ ਵੱਲੋਂ ਸਿਆਸੀ ਸਰਗਰਮੀਆਂ ਸ਼ੁਰੂ ਨੇ। ਸਾਡੇ ਨਾਲ ਵਰਿੰਦਰ ਸਿੰਘ ਸੇਖੋਂ ਹੋਣਾ ਨੇ ਅੱਜ ਗੱਲਬਾਤ ਕੀਤੀ ਹੈ। ਪੰਜਾਬ ਦੇ ਸਿੱਖ ਕੌਮ ਦੇ ਕਈ ਮਸਲਿਆਂ ਦੇ ਉੱਤੇ ਗੱਲਬਾਤ ਜਿਹੜੀ ਜ਼ਰੂਰੀ ਸੀ ਉਹ ਕੀਤੀ ਵੀ ਹੈ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵਰਿੰਦਰ ਸਿੰਘ ਸੇਖੋਂ ਹੋਣਾ ਤੋਂ ਉਮੀਦ ਕਰਾਂਗੇ ਕਿ ਜਿਹੜਾ ਸਿਆਸਤਦਾਨਾਂ ਦਾ ਜਿਹੜਾ ਪਰਛਾਵਾਂ ਇਹਨਾਂ ਦੇ ਉੱਤੇ ਨਹੀਂ ਪਊਗਾ ਤੇ ਦੇ ਨਾਲ ਜਿਸ ਤਰ੍ਹਾਂ ਗੱਲ ਕਰਦੇ ਨੇ ਉਸ ਤਰ੍ਹਾਂ ਦੀ ਗੱਲਬਾਤ ਜ਼ਰੂਰ ਹੁੰਦੀ ਰਹੇਗੀ। ਸੇਖੋਂ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ। ਧੰਨਵਾਦ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਫਿਰ ਮੁੜ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ, ਤੇ ਪੰਜਾਬ ਦੀਆਂ ਸਿਆਸੀ ਗਤੀਵਿਧੀਆਂ ਦੇ ਉੱਤੇ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ।